ਚਾਣਕਿਆ ਐਜੂਕੇਸ਼ਨ ਅਕੈਡਮੀ ਬਰਨਾਲਾ ਵਿੱਚ ਤੁਹਾਡਾ ਸਵਾਗਤ ਹੈ। ਅੱਜ ਅਸੀਂ ਸੰਵਿਧਾਨ ਦੇ ਪਾਰਟ 5 ਨੂੰ ਕੰਟੀਨਿਊ ਕਰਦੇ ਹੋਏ ਇਸ ਦੇ ਵਿੱਚ ਸਪੀਕਰ ਆਫ ਲੋਕ ਸਭਾ ਕਰਨ ਜਾ ਰਹੇ ਹਾਂ। ਇੱਕ ਗੱਲ ਮੈਂ ਤੁਹਾਨੂੰ ਕਹਿਣੀ ਚਾਹਣਾ ਕਿ ਜ਼ਿੰਦਗੀ ਦੇ ਵਿੱਚ ਆਪਣੇ ਏਮ ਨੂੰ ਪਾਉਣ ਲਈ ਤੁਹਾਡੇ ਅੰਦਰ ਜਿਹੜਾ ਦ੍ਰਿੜਤਾ ਦਾ ਬੜਾ ਹੋਣਾ ਜ਼ਰੂਰੀ ਆ। ਇੱਕ ਵਾਰ ਦੀ ਗੱਲ ਹੈ, ਇੱਕ ਗੁਬਾਰੇ ਵੇਚਣ ਵਾਲੇ ਨੇ ਕੀ ਕੀਤਾ, ਬੱਚਿਆਂ ਦਾ ਧਿਆਨ ਖਿੱਚਣ ਲਈ ਇੱਕ ਕਾਲੇ ਗੁਬਾਰੇ ਦੇ ਵਿੱਚ ਹਵਾ ਭਰੀ ਤੇ ਉਸ ਨੂੰ ਉਡਾ ਦਿੱਤਾ। ਤਾਂ ਬੱਚਾ ਇੱਕ ਬੜਾ ਉਤਸੁਕ ਹੁੰਦਾ ਹੋਇਆ ਉਸ ਕੋਲ ਪਹੁੰਚਿਆ। ਉਸਨੇ ਕਿਹਾ ਕਿ ਅੰਕਲ, ਕੀ ਮੇਰਾ ਜਿਹੜਾ ਇਹ ਰੈੱਡ ਕਲਰ ਦਾ ਗੁਬਾਰਾ ਵੀ ਅਸਮਾਨ ਦੇ ਵਿੱਚ ਉੱਡ ਸਕਦਾ? ਤਾਂ ਉਸਨੇ ਕਿਹਾ ਕਿ ਬਿਲਕੁਲ। ਉਸਨੇ ਉਸ ਬੱਚੇ ਨੂੰ ਦੱਸਿਆ ਕਿ ਅਸਲ ਵਿੱਚ ਉੱਡਣ ਦਾ ਕਾਰਨ ਇਸ ਦਾ ਰੰਗ ਨਹੀਂ, ਉੱਡਣ ਦਾ ਕਾਰਨ ਇਸ ਲਈ ਅੰਦਰ ਜਿਹੜੀ ਭਰੀ ਜਾਣ ਵਾਲੀ ਹਵਾ ਗਈ। ਸੋ ਇਸੇ ਤਰ੍ਹਾਂ ਤੁਹਾਡੇ ਅੰਦਰ ਵੀ ਜਿਹੜਾ ਦ੍ਰਿੜਤਾ ਨਿਸ਼ਚਾ ਗਾ ਉਹ ਤੁਹਾਨੂੰ ਉੱਚੇ ਮੁਕਾਮ ਤੱਕ ਲਿਜਾ ਸਕਦਾ ਗਾ। ਇਸ ਕਰਕੇ ਜ਼ਿੰਦਗੀ ਦੇ ਵਿੱਚ ਲਗਾਤਾਰ ਮਿਹਨਤ ਕਰਦੇ ਰਹੋ, ਇੱਕ ਦਿਨ ਉਹਦਾ ਜਿਹੜਾ ਫਲ ਤੁਹਾਨੂੰ ਜ਼ਰੂਰ ਮਿਲੇਗਾ। ਕਿਉਂਕਿ ਗੁਰਬਾਣੀ ਦੇ ਫਰਮਾਨ ਨੇ ਵੀ ਜਿਸ ਤਰ੍ਹਾਂ ਆਪਾਂ ਧੀਰਜ ਅਤੇ ਸਬਰ ਨਾਲ ਮਿਹਨਤ ਕਰਦੇ ਹਾਂ ਤਾਂ ਉਸ ਦਾ ਫਲ ਤੁਹਾਨੂੰ ਇੱਕ ਦਿਨ ਜ਼ਰੂਰ ਮਿਲੇਗਾ। ਠੀਕ ਹੈ, ਇੱਕ ਤੋਕਾ ਸਹਿਜ ਪੱਕੇ ਸੋ ਮਿੱਠਾ ਹੋਏ। ਸੋ ਇਸ ਕਰਕੇ ਲਗਾਤਾਰ ਕੰਟੀਨਿਊ ਇੱਕੋ ਕਾਸੂ ਕੌਮੇ ਦੀ ਜਿਹੜੀ ਚਾਲ ਆ ਉਹ ਚੱਲਦੇ ਰਹੋ ਅਤੇ ਇੱਕ ਦਿਨ ਤੁਹਾਨੂੰ ਸਫਲਤਾ ਜਿਹੜੀ ਸਕਸੈਸ ਆ ਜ਼ਰੂਰ ਮਿਲੇਗੀ। ਸੋ ਸ਼ੁਰੂ ਕਰਦੇ ਹਾਂ। ਅੱਜ ਦਾ ਜਿਹੜਾ ਆਪਣਾ ਟੌਪਿਕ ਆ ਸਪੀਕਰ ਆਫ ਲੋਕ ਸਭਾ। ਕਾਫੀ ਵਾਰ ਕੁਐਸਚਨ ਇੱਥੋਂ ਪੇਪਰ ਦੇ ਵਿੱਚ ਪੁੱਟ ਕੀਤੇ ਜਾਂਦੇ ਨੇ ਅਤੇ ਅੱਜ ਆਪਾਂ ਦੇਖਦੇ ਹਾਂ ਸਪੀਕਰ ਆਫ ਲੋਕ ਸਭਾ ਜਿਹੜਾ ਟੌਪਿਕ ਅੱਜ ਦਾ ਆਪਣਾ ਕਾਫੀ ਜ਼ਿਆਦਾ ਇੰਪੋਰਟੈਂਟ ਟੌਪਿਕ ਆ। ਇੱਥੋਂ ਆਪਾਂ ਨੂੰ ਕਰੰਟਲੀ ਕੁਐਸਚਨ ਪੁੱਛਿਆ ਜਾਂਦਾ ਵੀ ਪ੍ਰੈਜੈਂਟ ਸਮੇਂ ਦੇ ਵਿੱਚ ਸਾਡੀ ਲੋਕ ਸਭਾ ਦਾ ਸਪੀਕਰ ਕੌਣ ਆ ਜਾਂ ਲੋਕ ਸਭਾ ਦਾ ਫਸਟ ਸਪੀਕਰ ਕੌਣ ਸੀਗਾ। ਠੀਕ ਹੈ, ਅਤੇ ਇੱਥੇ ਆਪਾਂ ਦੇਖਦੇ ਹਾਂ ਆਹ ਉੱਪਰ ਪ੍ਰੋਟਮ ਸਪੀਕਰ ਲਿਖਿਆ ਹੋਇਆ। ਪ੍ਰੋਟਮ ਨੂੰ ਇੱਥੇ ਤੁਸੀਂ ਨਹੀਂ ਯਾਦ ਰੱਖਣਾ, ਅੱਗੇ ਦੱਸਾਂਗੇ ਪ੍ਰੋਟਮ ਦਾ ਕਨਸੈਪਟ ਕੀ ਆ। ਠੀਕ ਹੈ, ਸਪੀਕਰ ਕੀ ਹੁੰਦਾ ਗਾ, ਸਪੀਕਰ ਦੇ ਕੰਮ ਕੀ ਹੁੰਦੇ ਨੇ, ਅਤੇ ਇਸ ਬਾਰੇ ਆਪਾਂ ਬੜੇ ਆਪਣਾ ਡੂੰਘਾਈ ਦੇ ਵਿੱਚ ਅੱਜ ਦੇ ਟੌਪਿਕ ਨੂੰ ਕਰਨ ਜਾ ਰਹੇ ਹਾਂ। ਠੀਕ ਹੈ, ਤਾਂ ਕਰਦੇ ਹਾਂ ਸਪੀਕਰ ਆਫ ਲੋਕ ਸਭਾ। ਪ੍ਰੈਜੈਂਟਲੀ ਤੁਹਾਨੂੰ ਪਤਾ ਕਿ ਜਿਹੜਾ ਆਪਣਾ ਸਪੀਕਰ ਆ ਓਮ ਬਿਰਲਾ। ਠੀਕ ਹੈ, ਤੁਸੀਂ ਪਿਕ ਦੇਖ ਰਹੇ ਹੋ ਓਮ ਬਿਰਲਾ ਪ੍ਰੈਜੈਂਟਲੀ ਸਪੀਕਰ ਆ 17ਵੀਂ ਲੋਕ ਸਭਾ ਦਾ। ਠੀਕ ਹੈ, ਇਹ 17ਵੀਂ ਲੋਕ ਸਭਾ ਦੇ ਸਪੀਕਰ ਨੇ ਓਮ ਬਿਰਲਾ। ਠੀਕ ਹੈ, ਨੈਕਸਟ ਆਪਾਂ ਅੱਗੇ ਚੱਲਦੇ ਹਾਂ। ਹੁਣ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਗੱਲ ਦੱਸਣੀ ਚਾਹਣਾ, ਕਿਉਂਕਿ ਆਪਾਂ ਸਪੀਕਰ ਤੋਂ ਸ਼ੁਰੂ ਕਰ ਲੈਂਦੇ ਹਾਂ ਕਈ ਵਾਰੀ। ਤਾਂ ਇੱਕ ਸਭ ਤੋਂ ਪਹਿਲਾਂ ਇੱਕ ਛੋਟਾ ਜਿਹਾ ਟੌਪਿਕ ਆ ਸਪੀਕਰ ਜਿਹੜਾ ਪ੍ਰੋਟਮ ਸਪੀਕਰ ਹੁੰਦਾ। ਪ੍ਰੋਟਮ ਸਪੀਕਰ ਇਹਨੂੰ ਪੰਜਾਬੀ 'ਚ ਬੋਲਦੇ ਆਪਾਂ ਆਰਜੀ ਸਪੀਕਰ ਕਹਿ ਦਿੰਦੇ ਹਾਂ ਕਈ ਵਾਰੀ, ਆਰਜੀ ਸਪੀਕਰ। ਠੀਕ ਹੈ, ਤਾਂ ਇਹਦੇ ਬਾਰੇ ਵੀ ਤੁਹਾਨੂੰ ਮੈਂ ਦੱਸਣ ਜਾ ਰਿਹਾ ਵੀ ਜਿਹੜਾ ਪ੍ਰੋਟਮ ਸਪੀਕਰ ਕਿਹੜਾ ਹੁੰਦਾ ਗਾ, ਜਾਂ ਆਪਣੀ ਜਿਹੜੀ ਹੁਣ 17ਵੀਂ ਲੋਕ ਸਭਾ ਹੋਈ ਸੀ 2019 ਦੇ ਵਿੱਚ, ਤਾਂ ਇਹਦਾ ਪ੍ਰੋਟਮ ਸਪੀਕਰ ਕਿਸ ਨੂੰ ਲਾਇਆ ਗਿਆ ਸੀਗਾ। ਤਾਂ ਦੇਖੋ ਆਪਾਂ ਲੋਕ ਸਭਾ ਐਂਡ ਰਾਜ ਸਭਾ ਜਿਹੜੇ ਟੌਪਿਕ ਬੜੇ ਚੰਗੇ ਤਰੀਕੇ ਨਾਲ ਕਰ ਚੁੱਕੇ ਹਾਂ। ਹੁਣ ਕੀ ਆ, ਆਪਾਂ ਲੋਕ ਸਭਾ ਦੇ ਵਿੱਚ ਕਿੰਨੇ ਮੈਂਬਰ ਇਲੈਕਟ ਕਰਕੇ ਭੇਜਦੇ ਹਾਂ? ਤਕਰੀਬਨ ਤੁਹਾਨੂੰ ਪਤਾ ਗਾ 543 ਮੈਂਬਰ ਜਿਹੜੇ ਆਪਾਂ ਇਲੈਕਟ ਕਰਕੇ ਭੇਜਦੇ ਹਾਂ ਲੋਕ ਸਭਾ ਦੇ ਵਿੱਚ, ਜਿਹੜੇ 543 ਨੇ। ਤਾਂ ਆਪਾਂ ਤੁਹਾਨੂੰ ਇਹ ਪ੍ਰੋਟਮ ਸਪੀਕਰ ਬਾਰੇ ਸਮਝਾ ਰਿਹਾ ਵੀ ਕਿਸ ਤਰ੍ਹਾਂ ਜਿਹੜਾ ਲਗਾਇਆ ਜਾਂਦਾ ਗਾ। ਇਹ ਜਿਹੜੇ 543 ਮੈਂਬਰਾਂ ਦੇ ਵਿੱਚੋਂ ਜਿਹੜੇ ਸਾਡੇ 543 MP ਜਿੱਤ ਕੇ ਜਾਂਦੇ ਨੇ ਲੋਕ ਸਭਾ ਦੇ ਵਿੱਚ, ਤਾਂ ਇਹਨਾਂ ਦੇ ਵਿੱਚੋਂ ਇੱਕ ਨੂੰ ਕੀ ਕੀਤਾ ਜਾਂਦਾ, ਰਾਸ਼ਟਰਪਤੀ ਦੁਆਰਾ ਕੱਢ ਕੇ ਇੱਥੇ ਲਿਆਂਦਾ ਜਾਂਦਾ। ਕਿੱਥੇ? ਇੱਥੇ। ਉਸ ਨੂੰ ਕੀ ਲਾਇਆ ਜਾਂਦਾ? ਪ੍ਰੋਟਮ ਸਪੀਕਰ। ਉਸ ਦਾ ਕੰਮ ਕੀ ਆ? ਉਸ ਦਾ ਕੰਮ ਆ ਸਿਰਫ ਜਿਹੜੇ ਉਹਦੇ ਆ ਨਿਊ ਇੱਥੇ ਆਪਾਂ ਇੱਕ ਕੱਢਤਾ, ਇੱਥੇ ਰਹਿ ਗਏ 542। ਇਹ ਸਪੀਕਰ ਕਿਉਂ ਲਾਇਆ ਜਾਂਦਾ? ਇਹਦਾ ਕੰਮ ਇੱਕ ਹੀ ਹੁੰਦਾ ਗਾ, ਜਿਹੜੇ ਇਲੈਕਟਡ ਮੈਂਬਰ ਹੁੰਦੇ ਨੇ ਸਾਡੇ MP ਉਹਨਾਂ ਨੂੰ ਸਹੁੰ ਦਿਵਾਉਣਾ, ਓਥ। ਠੀਕ ਹੈ, ਜੇ ਆਪਾਂ ਗੱਲ ਕਰ ਲਈਏ ਪੰਜਾਬ ਦੇ ਵਿੱਚੋਂ ਜਿਹੜੇ 13 MP ਜਿੱਤ ਕੇ ਜਾਂਦੇ ਆ ਲੋਕ ਸਭਾ ਦੇ ਵਿੱਚੋਂ, ਜਾਂ ਵੱਖ-ਵੱਖ ਸਟੇਟਾਂ ਦੇ ਵਿੱਚੋਂ ਅਲੱਗ-ਅਲੱਗ ਜਿਹੜੇ ਮੈਂਬਰ ਜਾਂਦੇ ਨੇ ਉਹਨਾਂ ਨੂੰ ਸਹੁੰ ਦਿਵਾਉਣਾ ਹੁੰਦਾ ਇਸ ਪ੍ਰੋਟਮ ਸਪੀਕਰ ਦਾ ਕੰਮ। ਤਾਂ ਇਸ ਨੂੰ ਕੌਣ ਲਗਾਉਂਦਾ ਗਾ, ਇਸ ਦਾ ਕੀ ਕੰਮ ਹੁੰਦਾ ਗਾ, ਅਤੇ ਇਹ ਕਿਸ ਨੂੰ ਰਿਜ਼ਾਈਨ ਦਿੰਦਾ ਗਾ, ਜਾਂ ਇਹ ਕੌਣ ਲਗਾਇਆ ਗਿਆ ਸੀਗਾ, ਇਹਦੇ ਬਾਰੇ ਥੋੜ੍ਹਾ ਜਿਹਾ ਆਪਾਂ ਡਿਸਕਸ ਕਰਾਂਗੇ। ਤਾਂ ਉਸ ਤੋਂ ਬਾਅਦ ਕੀ ਹੁੰਦਾ ਗਾ, ਦੇਖੋ ਇਸ ਵਿਅਕਤੀ ਨੇ ਸਿਰਫ ਕੰਮ ਸਹੁੰ ਦਿਵਾਉਣਾ ਹੁੰਦਾ ਗਾ, ਇਹ ਆ ਕੇ ਦੁਬਾਰਾ ਇਹ ਫਿਰ ਇੱਥੇ ਬੈਠ ਜਾਂਦਾ ਗਾ ਇੱਥੇ। ਤਾਂ ਇਹ ਆਪਣੇ ਵਿੱਚੋਂ ਜਿਹੜੇ 542 ਮੈਂਬਰ ਹੁੰਦੇ ਨੇ ਬਾਅਦ ਦੇ ਵਿੱਚ ਆਪਣਾ ਸਪੀਕਰ ਇਲੈਕਟ ਕਰਕੇ ਭੇਜ ਦਿੰਦੇ ਨੇ ਇੱਥੇ ਦੁਬਾਰਾ, ਜਿਹੜਾ ਆਪਾਂ ਕਹਿੰਦੇ ਆ ਸਪੀਕਰ ਆਫ ਲੋਕ ਸਭਾ। ਤਾਂ ਹੀ ਆਪਾਂ ਕਹਿੰਦੇ ਹੁੰਦੇ ਆ ਵੀ ਸਪੀਕਰ ਦੇ ਅਹੁਦੇ ਦੀ ਸਹੁੰ ਨਹੀਂ ਹੁੰਦੀ, ਜਿਹੜਾ ਸਾਡਾ ਸਪੀਕਰ ਉਹਦੀ ਸਹੁੰ ਨਹੀਂ ਹੁੰਦੀ। ਕਿਉਂਕਿ ਜਿਹੜਾ ਹੁਣ ਓਮ ਬਿਰਲਾ ਸੀ ਉਹ ਪਹਿਲਾਂ ਇੱਥੇ ਬੈਠਾ ਸਹੁੰ ਲੈ ਰਿਹਾ ਸੀ, ਜਿਵੇਂ ਆਪਣੇ ਆਮ ਮੈਂਬਰਾਂ ਨੇ ਸਹੁੰ ਲੈਤੀ ਆ, ਜਿਨ੍ਹਾਂ ਵਿੱਚ ਬਾਕੀ ਸਾਰੇ ਮੈਂਬਰ ਨੇ 543, ਉਹਨਾਂ ਦੇ ਵਾਂਗ ਹੀ ਜਿਹੜੇ ਸਾਡੇ ਸਪੀਕਰ ਨੇ ਵੀ ਸਹੁੰ ਲਈ ਹੋਈ ਆ। ਇਸ ਕਰਕੇ ਸਪੀਕਰ ਦੇ ਅਹੁਦੇ ਦੀ ਸਹੁੰ ਨਹੀਂ ਹੁੰਦੀ, ਉਹ ਇੱਕ ਮੈਂਬਰ ਦੇ ਰੂਪ ਵਿੱਚ ਸਹੁੰ ਲੈਂਦਾ, ਉਹ ਇੱਕ MP ਦੇ ਰੂਪ ਵਿੱਚ ਸਹੁੰ ਲੈਂਦਾ ਗਾ। ਠੀਕ ਹੈ, ਤਾਂ ਤੁਹਾਨੂੰ ਕਨਸੈਪਟ ਲੱਗਦਾ ਸਮਝ ਆ ਗਿਆ ਹੋਣਾ ਵੀ ਜਿਹੜਾ ਪ੍ਰੋਟਮ ਸਪੀਕਰ ਆ ਉਹ ਕੁਝ ਸਮੇਂ ਲਈ ਲਾਇਆ ਜਾਂਦਾ। ਕੌਣ ਲਗਾਉਂਦਾ ਉਹਨੂੰ? ਰਾਸ਼ਟਰਪਤੀ ਲਗਾਉਂਦਾ 542 ਮੈਂਬਰਾਂ ਦੇ ਵਿੱਚੋਂ ਕੱਢ ਕੇ, ਜਿਹੜਾ ਸੀਨੀਅਰ ਮੋਸਟ ਹੁੰਦਾ ਸਾਰਿਆਂ ਦੇ ਵਿੱਚੋਂ। ਤਾਂ ਦੇਖੋ ਆਪਾਂ ਟੌਪਿਕ ਸ਼ੁਰੂ ਕਰਦੇ ਹਾਂ ਜਿਹੜਾ ਸਪੀਕਰ ਆਫ ਲੋਕ ਸਭਾ। ਤਾਂ ਦੇਖੋ ਜਿਹੜਾ ਪ੍ਰੋਟਮ ਸਪੀਕਰ ਹੁੰਦਾ ਗਾ ਸੀਨੀਅਰ ਮੋਸਟ ਮੈਂਬਰ ਆਫ ਲੋਕ ਸਭਾ।
ਜਿਹੜਾ ਸਾਰਿਆਂ ਤੋਂ ਸੀਨੀਅਰ ਮੈਂਬਰ ਹੁੰਦਾਗਾ ਉਸ ਨੂੰ ਕੀ ਕੀਤਾ ਜਾਂਦਾ, ਪ੍ਰੋ ਟਰਮ ਸਪੀਕਰ ਅਪੁਆਇੰਟ ਕੀਤਾ ਜਾਂਦਾ। ਉਸ ਤੋਂ ਬਾਅਦ ਕੀ ਕੀਤਾ ਜਾਂਦਾ, ਇਹਦੇ ਫੰਕਸ਼ਨ ਕੀ ਹੁੰਦੇ ਆ। ਜੇ ਤੁਹਾਨੂੰ ਕੋਈ ਪੁੱਛ ਲੇ ਵੀ ਜਿਹੜਾ ਪ੍ਰੋ ਟਰਮ ਸਪੀਕਰ ਆ ਉਹ ਕਿਉਂ ਲਗਾਇਆ ਜਾਂਦਾਗਾ, ਉਹਦਾ ਕੰਮ ਕੀ ਆ, ਸਿਰਫ ਓਥ ਨਿਊਲੀ ਇਲੈਕਟਡ ਮੈਂਬਰ ਜਿਹੜੇ ਸਾਡੇ ਲੋਕ ਸਭਾ ਦੇ ਵਿੱਚ MP ਚੁਣ ਕੇ ਗਏ ਨੇ ਉਹਨਾਂ ਨੂੰ ਸਹੁੰ ਕੌਣ ਦਵਾਉਂਦਾਗਾ, ਆ ਪ੍ਰੋ ਟਰਮ ਸਪੀਕਰ ਹੀ ਦਵਾਏਗਾ। ਠੀਕ ਹੈ ਨਾ ਜੀ। ਜਿਹੜੇ ਸਾਡੇ ਮੈਂਬਰ ਆਪਾਂ ਚੁਣ ਕੇ ਭੇਜੇ ਨੇ ਲੋਕ ਸਭਾ ਦੇ ਵਿੱਚ 543 ਉਹਨਾਂ ਨੂੰ ਸਹੁੰ ਦਵਾਉਣ ਦਾ ਕੰਮ ਕੌਣ ਕਰਦਾਗਾ, ਪ੍ਰੋ ਟਰਮ ਸਪੀਕਰ। ਇਹਦਾ ਇਹੀ ਵਰਕ ਆ ਜਿਹੜਾ ਕਹਿਣ ਦਾ ਭਾਵ। ਉਸ ਤੋਂ ਬਾਅਦ ਕੀ ਆ, ਟੈਂਪਰੇਰੀ ਫਾਰ ਫਿਊ ਡੇਜ਼, ਇਹ ਕੁਝ ਦਿਨਾਂ ਲਈ ਚੁਣਿਆ ਜਾਂਦਾ। ਇਹ ਕੁਝ ਦਿਨਾਂ ਲਈ ਚੁਣਿਆ ਜਾਂਦਾ ਸਿਰਫ ਇੱਕ ਕੰਮ ਲਈ, ਸਹੁੰ ਦਵਾਉਣ ਲਈ, ਓਥ ਦਵਾਉਣ ਲਈ। ਠੀਕ ਹੈ, ਕੌਣ ਇਹਨੂੰ ਸਹੁੰ ਕੌਣ ਦਵਾਉਂਦਾ ਜੀ, ਅਜੇ ਤੁਹਾਨੂੰ ਠੀਕ ਹੈ ਜੇ ਅਜੇ ਪ੍ਰੋ ਟਰਮ ਸਪੀਕਰ ਨੂੰ ਸਹੁੰ ਕੌਣ ਦਵਾਏਗਾ, ਸਾਡਾ ਪ੍ਰੈਜ਼ੀਡੈਂਟ, ਰਾਸ਼ਟਰਪਤੀ ਕਹਿਣ ਦਾ ਭਾਵ। ਇਸ ਦੀ ਜਿਹੜੀ ਅਪੁਆਇੰਟਮੈਂਟ ਕੌਣ ਕਰੇਗਾ, ਇਹ ਵੀ ਪ੍ਰੈਜ਼ੀਡੈਂਟ ਹੀ ਕਰੇਗਾ। ਠੀਕ ਹੈ, ਇਸ ਨੂੰ ਕੌਣ ਲਗਾਏਗਾ, ਪ੍ਰੈਜ਼ੀਡੈਂਟ। ਉਸ ਤੋਂ ਬਾਅਦ ਜਿਹੜੀ ਆਪਣੀ 2019 ਦੇ ਵਿੱਚ ਹੋਈਆਂ ਹੁਣ 17ਵੀਂ ਲੋਕ ਸਭਾ ਚੋਣਾਂ, ਕਿਉਂਕਿ ਜਿਹੜੀਆਂ 2024 ਦੇ ਵਿੱਚ ਅੱਗੇ ਜਾ ਕੇ ਹੋਣਗੀਆਂ 18ਵੀਂ ਲੋਕ ਸਭਾ। ਜੇ ਤੁਹਾਨੂੰ ਕੋਈ ਪੁੱਛ ਲੈਂਦਾ ਵੀ 2014 ਦੇ ਵਿੱਚ ਕਿੰਨੀਆਂ ਹੋਈਆਂ ਸੀਗੀਆਂ, ਉਹ ਹੋਈਆਂ ਸੀਗੀਆਂ 16ਵੀਆਂ ਲੋਕ ਸਭਾ ਚੋਣਾਂ। ਇੱਥੇ ਕੁਐਸਚਨ ਵੀ ਪੇਪਰਾਂ 'ਚ ਬਹੁਤ ਬਣਦੇ ਨੇ। ਠੀਕ ਹੈ, ਇਹ ਵੀ ਤੁਸੀਂ ਯਾਦ ਰੱਖਣੇ ਆ। ਤਾਂ ਆਪਣੀ ਜਿਹੜੀ ਹੁਣ ਹੋਈ ਆ 17ਵੀਂ ਲੋਕ ਸਭਾ, ਇਹਦਾ ਹੈਗਾ ਸੀ ਬਰਿੰਦਰ ਕੁਮਾਰ ਲਗਾਇਆ ਗਿਆ ਸੀਗਾ ਪ੍ਰੋ ਟਰਮ ਸਪੀਕਰ। ਤਾਂ ਬਸ ਪ੍ਰੋ ਟਰਮ ਸਪੀਕਰ ਬਾਰੇ ਤੁਸੀਂ ਇਹੀ ਪੁਆਇੰਟ ਯਾਦ ਰੱਖਣੇ ਆ। ਇਸ ਦੀ ਅਪੁਆਇੰਟਮੈਂਟ ਕੌਣ ਲਗਾਉਂਦਾ, ਇਸ ਨੂੰ ਰਾਸ਼ਟਰਪਤੀ ਦੁਆਰਾ ਲਗਾਇਆ ਜਾਂਦਾ। ਇਹਦਾ ਵਰਕ ਕੀ ਹੁੰਦਾਗਾ, ਇਲੈਕਟਡ ਮੈਂਬਰ ਹੁੰਦੇ ਜਿਹੜੇ ਸਾਡੇ ਲੋਕ ਸਭਾ ਦੇ, ਉਹਨਾਂ ਨੂੰ ਸਹੁੰ ਦਵਾਉਣਾ ਹੁੰਦਾਗਾ। ਸਭ ਤੋਂ ਸੀਨੀਅਰ ਮੋਸਟ ਵਿਅਕਤੀ ਹੁੰਦਾ ਜਿਹਨੂੰ ਲਾਇਆ ਜਾਂਦਾਗਾ, ਤੇ ਕੁਝ ਦਿਨਾਂ ਲਈ ਲਾਇਆ ਜਾਂਦਾ ਬਸ। ਠੀਕ ਹੈ, ਸਿਰਫ ਇਹੀ ਪੁਆਇੰਟ ਆ। ਜਾਂ ਫਿਰ ਕਿਸ ਨੂੰ ਲਗਾਇਆ ਗਿਆ ਸੀ ਜਿਹੜੀ ਸਾਡੀ ਪਿੱਛੇ ਹੁਣ ਲੋਕ ਸਭਾ ਚੁਣ ਕੇ ਜਿਹੜੀ ਆਈ ਆ। ਠੀਕ ਹੈ, ਤੇ ਹੁਣ ਆਪਾਂ ਦੇਖਦੇ ਹਾਂ ਜੀ ਸਪੀਕਰ ਆਫ ਲੋਕ ਸਭਾ ਜਿਹੜਾ ਟੌਪਿਕ ਆ। ਦੇਖੋ ਜੀ ਇੱਥੋਂ ਕੁਐਸਚਨ ਪੁੱਟ ਕੀਤੇ ਜਾਂਦੇ ਆਮ ਤੌਰ ਤੇ। ਮੈਂ ਤੁਹਾਨੂੰ ਵੈਸੇ ਨੌਲੇਜ ਲਈ ਦੱਸ ਦਿੱਤਾ ਵੀ ਪ੍ਰੋ ਟਰਮ ਸਪੀਕਰ ਵੀ ਕੌਣ ਹੁੰਦਾਗਾ। ਤਾਂ ਦੇਖੋ ਹੁਣ ਆਪਾਂ ਜਿਵੇਂ ਆਰਟੀਕਲ ਕਰਦੇ ਹਾਂ, ਹਰ ਇੱਕ ਦਾ ਆਪਾਂ ਆਰਟੀਕਲ ਪੜ੍ਹਿਆ ਪਿੱਛੇ ਵੀ ਜਿਹੜਾ ਸਾਡਾ ਪ੍ਰੈਜ਼ੀਡੈਂਟ ਦੀ ਪਦਵੀ ਸੰਵਿਧਾਨ ਦੇ 52 ਆਰਟੀਕਲ ਦੇ ਵਿੱਚ ਸੀਗੀ। ਉਪ ਰਾਸ਼ਟਰਪਤੀ ਜਿਹੜਾ ਸਾਡਾ ਵਾਈਸ ਪ੍ਰੈਜ਼ੀਡੈਂਟ ਸੀ ਉਹਦੀ ਹੈਗੀ ਸੀ ਆਪਣਾ 63 ਦੇ ਵਿੱਚ, PM ਦੀ 75 ਦੇ ਵਿੱਚ ਸੀ। ਤਾਂ ਆਪਾਂ ਸਾਰਿਆਂ ਦੇ ਆਰਟੀਕਲ ਕਰਦੇ ਹਾਂ। ਲੋਕ ਸਭਾ ਦੀ ਆਪਾਂ ਕਰ ਚੁੱਕੇ ਹਾਂ, ਰਾਜ ਸਭਾ ਦੀ ਕਰ ਚੁੱਕੇ ਹਾਂ। ਠੀਕ ਹੈ, ਤੇ ਇਹਦੀ ਜਿਹੜਾ ਪਦਵੀ ਆ ਕਿਹੜੇ ਆਰਟੀਕਲ ਦੇ ਵਿੱਚ ਆਉਂਦੀ ਹੈ, 93 ਆਰਟੀਕਲ 93। ਠੀਕ ਹੈ, ਸੰਵਿਧਾਨ ਦਾ ਆਰਟੀਕਲ 93 ਕਾਹਦੇ ਨਾਲ ਸੰਬੰਧਿਤ ਆ, ਸਾਡਾ ਸਪੀਕਰ ਆਫ ਲੋਕ ਸਭਾ ਨਾਲ। ਕਈ ਵਾਰੀ ਕੁਐਸਚਨ ਪੁੱਟ ਕੀਤਾ ਗਿਆ ਵੀ ਕਿਹੜਾ ਆਰਟੀਕਲ ਆ ਜਿਹਦੇ ਵਿੱਚ ਸਪੀਕਰ ਦੀ ਗੱਲ ਕੀਤੀ ਗਈ ਆ। ਤਾਂ ਆਰਟੀਕਲ 93 ਯਾਦ ਰੱਖਿਓ ਜੀ, 93 ਆਰਟੀਕਲ। ਹੁਣ ਤੁਹਾਨੂੰ ਕੋਈ ਪੁੱਛ ਲੇ ਵੀ ਜਿਹੜਾ ਸਾਡਾ ਲੋਕ ਸਭਾ ਦਾ ਸਪੀਕਰ ਆ ਇਹਦੀ ਚੋਣ ਕੌਣ ਕਰਦਾਗਾ। ਠੀਕ ਹੈ, ਇਹਦੀ ਚੋਣ ਕੀਤੀ ਜਾਂਦੀ ਆ। ਚੋਣ ਕੌਣ ਕਰਦੇ ਨੇ, ਜਿਹੜੇ ਮੈਂ ਹੁਣ ਦੱਸ ਕੇ ਹਟਿਆ ਤੁਹਾਨੂੰ ਵੀ ਜਿਵੇਂ ਜਿਹੜੇ ਆਪਣੇ 500 ਇੱਥੇ ਜਿਹੜੇ ਸਾਰੇ ਮੈਂਬਰ ਆ ਜਿਹੜੇ ਆਪਣੇ ਰਹਿ ਗਏ 542 43 ਜਿਹੜੇ ਵੀ ਹੈਗੇ ਆ, ਇਹ ਆਪਣੇ ਵਿੱਚੋਂ ਕੀ ਕਰਨਗੇ, ਇੱਕ ਕੀ ਕਰਨਗੇ, ਸਪੀਕਰ ਦੀ ਚੋਣ ਕਰਕੇ ਭੇਜਣਗੇ। ਬਸ ਤੁਸੀਂ ਤਾਂ ਇਹ ਯਾਦ ਰੱਖਣਾ ਵੀ ਲੋਕ ਸਭਾ ਦੇ ਮੈਂਬਰ ਆਪਣੇ ਵਿੱਚੋਂ ਇੱਕ ਸਪੀਕਰ ਦੀ ਚੋਣ ਕਰਦੇ ਨੇ, ਨਾ ਇਸ ਨੂੰ ਕੋਈ ਰਾਸ਼ਟਰਪਤੀ ਲਾਉਂਦਾ ਕਹਿਣ ਦਾ ਭਾਵ। ਤਾਂ ਇੱਥੇ ਯਾਦ ਰੱਖਣਾ ਵੀ ਇਹਦੀ ਚੋਣ ਕੌਣ ਕਰਦਾ, ਲੋਕ ਸਭਾ ਦੇ ਮੈਂਬਰ ਆਪਣੇ ਵਿੱਚੋਂ। ਸਾਰੇ MP ਨੇ ਜਿਹੜੇ ਆਪਣੇ ਵਿੱਚੋਂ ਇੱਕ ਸਪੀਕਰ ਚੁਣ ਕੇ ਕਿੱਥੇ ਭੇਜ ਦਿੰਦੇ ਆ, ਇੱਥੇ ਭੇਜ ਦਿੰਦੇ ਆ। ਠੀਕ ਆ, ਇੱਥੇ। ਠੀਕ ਆ, ਉਹੀ ਫਿਰ ਆਪਣੇ ਸਦਨ ਦੀ ਕਾਰਵਾਈ ਦੀ ਜਿਹੜੀ ਸਾਰੀ ਆਪਾਂ ਗੱਲ ਕਰਾਂਗੇ ਕਿਸ ਤਰ੍ਹਾਂ ਕਾਰਵਾਈ ਕਰਦੀ ਆ। ਠੀਕ ਹੈ, ਉਹ ਸਾਰੀ ਗੱਲ ਕਰਾਂਗੇ ਜਿਸ ਤਰ੍ਹਾਂ ਇਹਨਾਂ ਸਿਸਟਮ ਚੱਲਦਾਗਾ। ਤਾਂ ਹੁਣ ਦੇਖੋ ਉਸ ਤੋਂ ਬਾਅਦ ਸਪੀਕਰ ਵੀ ਚੁਣ ਕੇ ਭੇਜਦੇ ਆ ਤੇ ਇੱਕ ਡਿਪਟੀ ਸਪੀਕਰ ਵੀ ਆਪਣੇ ਵਿੱਚੋਂ ਚੁਣ ਕੇ ਭੇਜਦੇ ਹੁੰਦੇ ਆ ਉਹ। ਠੀਕ ਹੈ, ਲੋਕ ਸਭਾ ਦੇ ਵਿੱਚ ਇੱਕ ਸਪੀਕਰ ਹੁੰਦਾ, ਇੱਕ ਡਿਪਟੀ ਸਪੀਕਰ ਆਫ ਲੋਕ ਸਭਾ ਹੁੰਦਾਗਾ। ਤਾਂ ਦੋਵਾਂ ਦੀ ਚੋਣ ਕਿੱਥੋਂ ਕੀਤੀ ਜਾਂਦੀ ਆ, ਲੋਕ ਸਭਾ ਦੇ ਮੈਂਬਰਾਂ ਦੁਆਰਾ ਕੀਤੀ ਜਾਂਦੀ ਹੈ। ਜਦੋਂ ਕੋਈ ਪੁੱਛ ਲੇ ਕੁਐਸਚਨ। ਉਸ ਤੋਂ ਅੱਗੇ ਕੀ ਆ, ਇਹ ਰਿਜ਼ਾਈਨ ਕਿਹਨੂੰ ਕਰੇਗਾ, ਜਿਹੜਾ ਸਾਡਾ ਸਪੀਕਰ ਆ ਜਿਸ ਨੇ ਆਪਣਾ ਤਿਆਗ ਪੱਤਰ ਦੇਣਾ ਹੋਵੇ ਤਾਂ ਤਿਆਗ ਪੱਤਰ ਕਿਹਨੂੰ ਦੇਗਾ, ਤਾਂ ਤਿਆਗ ਪੱਤਰ ਦੇਗਾ ਡਿਪਟੀ ਸਪੀਕਰ ਨੂੰ। ਠੀਕ ਹੈ ਨਾ, ਜਿਸ ਤਰ੍ਹਾਂ ਆਪਾਂ ਗੱਲ ਕੀਤੀ ਸੀ ਕਿ ਜਿਹੜਾ ਸਾਡਾ ਪ੍ਰੈਜ਼ੀਡੈਂਟ ਆ ਉਹ ਆਪਣਾ ਰਿਜ਼ਾਈਨ ਕਿਹਨੂੰ ਦੇਗਾ, ਵਾਈਸ ਪ੍ਰੈਜ਼ੀਡੈਂਟ ਨੂੰ। ਵਾਈਸ ਪ੍ਰੈਜ਼ੀਡੈਂਟ ਰਿਜ਼ਾਈਨ ਕਿਹਨੂੰ ਦੇਗਾ, ਪ੍ਰੈਜ਼ੀਡੈਂਟ ਨੂੰ। ਇੱਥੇ ਵੀ ਸੇਮ ਕਨਸੈਪਟ ਆ। ਇੱਥੇ ਜਿਹੜਾ ਸਪੀਕਰ ਹੁੰਦਾ ਆਪਣਾ ਰਿਜ਼ਾਈਨ ਡਿਪਟੀ ਸਪੀਕਰ ਨੂੰ ਦੇਗਾ, ਡਿਪਟੀ ਸਪੀਕਰ ਆ ਜਿਹੜਾ ਆਪਣਾ ਰਿਜ਼ਾਈਨ ਸਪੀਕਰ ਨੂੰ ਦੇਗਾ। ਤਾਂ ਬਿਲਕੁਲ ਸੇਮ ਕੰਡੀਸ਼ਨ ਆ ਜਿਹੜੀ ਆਪਾਂ ਪ੍ਰੈਜ਼ੀਡੈਂਟ ਤੇ ਵਾਈਸ ਪ੍ਰੈਜ਼ੀਡੈਂਟ ਦੇ ਵਿੱਚ ਕੀਤੀ ਸੀ। ਠੀਕ ਆ, ਤਾਂ ਇਹ ਗੱਲ ਤੁਹਾਡੇ ਸਮਝ ਆ ਗਈ ਹੋਣੀ ਆ। ਨੈਕਸਟ ਆਪਾਂ ਚੱਲਦੇ ਹਾਂ ਅੱਗੇ ਜੀ। ਅਗਲੀ ਸਲਾਈਡ ਦੇ ਵਿੱਚ ਦੇਖੋ ਕੀ ਆ, ਜੇਕਰ ਆਪਣਾ ਸਪੀਕਰ ਆ ਜੇਕਰ ਪਦਵੀ ਤੇ ਨਹੀਂ ਹੈਗਾ, ਜੇਕਰ ਸਪੀਕਰ ਇੱਥੇ ਪਦਵੀ ਤੇ ਨਹੀਂ ਹੈਗਾ ਤਾਂ ਉਸ ਤੋਂ ਬਾਅਦ ਜਿਹੜਾ ਉਹਦਾ ਵਰਕ ਕੌਣ ਕਰੇਗਾ, ਤਾਂ ਓਬਵੀਅਸਲੀ ਗੱਲ ਆ ਵੀ ਉਸ ਦਾ ਜਿਹੜਾ ਕੰਮ ਕਰੇਗਾ ਡਿਪਟੀ ਸਪੀਕਰ ਆਫ ਲੋਕ ਸਭਾ। ਠੀਕ ਹੈ, ਜੇਕਰ ਸਪੀਕਰ ਆਪਣੀ ਪਦਵੀ ਤੇ ਨਹੀਂ ਹੈਗਾ, ਉਹ ਉਸ ਦੀ ਡੈਥ ਹੋ ਚੁੱਕੀ ਆ ਜਾਂ ਬਿਮਾਰ ਆ ਜਾਂ ਕਿਸੇ ਵਿਦੇਸ਼ੀ ਦੌਰੇ ਤੇ ਗਿਆ ਹੋਇਆ, ਤਾਂ ਉਸ ਦਾ ਵਰਕ ਆ ਜਿਹੜਾ ਕੌਣ ਕਰੇਗਾ, ਡਿਪਟੀ ਸਪੀਕਰ ਆਫ ਲੋਕ ਸਭਾ। ਹੁਣ ਕੀ ਆ, ਜੇ ਇਹ ਵੀ ਐਬਸੈਂਟ ਆ, ਮੰਨ ਲਓ ਸਪੀਕਰ ਵੀ ਐਬਸੈਂਟ ਆ ਇੱਥੇ, ਡਿਪਟੀ ਸਪੀਕਰ ਵੀ ਐਬਸੈਂਟ ਆ,
ਤਾਂ ਕੰਮ ਕੌਣ ਕਰੇਗਾ, ਤੁਹਾਨੂੰ ਕੋਈ ਕੁਐਸਚਨ ਪੁੱਟ ਕਰ ਲਈ ਤਾਂ ਕੀ ਹੁੰਦਾਗਾ, ਲੋਕ ਸਭਾ ਦੇ ਵਿੱਚ ਇੱਕ ਪੈਨਲ ਬਣਾਇਆ ਹੁੰਦਾ 10 ਵਿਅਕਤੀਆਂ ਦਾ, ਠੀਕ ਹੈ। ਉਸ ਤੋਂ ਬਾਅਦ ਉਹ ਕੰਮ ਕਰੇਗਾ 10 ਵਿਅਕਤੀਆਂ ਦਾ ਕੀ ਹੋਏਗਾ, ਪੈਨਲ ਉਸ ਤੋਂ ਬਾਅਦ ਕੰਮ ਕਰੇਗਾ। ਇਹ ਪੈਨਲ ਰਾਜ ਸਭਾ ਦੇ ਵਿੱਚ ਹੁੰਦਾਗਾ 6 ਵਿਅਕਤੀਆਂ ਦਾ, ਠੀਕ ਆ। ਪਰ ਜ਼ਿਆਦਾਤਰ ਬੁੱਕਸ ਦੇ ਉੱਪਰ ਰੌਂਗ ਲਿਖਿਆ ਹੋਇਆ, ਇੱਥੇ 6 ਦਾ ਕਰ ਦਿੰਦੇ ਆ, ਉੱਥੇ 10 ਦਾ ਕਰ ਦਿੰਦੇ ਆ। ਫਾਰ ਮੈਂ ਲੂਸੈਂਟ ਦੇ ਵਿੱਚ ਦੇਖਿਆ ਸੀ, ਉੱਥੇ ਪੁਆਇੰਟ ਗਲਤ ਲਿਖਿਆ ਹੋਇਆ, ਠੀਕ ਹੈ। ਲੋਕ ਸਭਾ ਦੇ ਵਿੱਚ 10 ਦਾ ਪੈਨਲ ਹੁੰਦਾ, ਰਾਜ ਸਭਾ ਦੇ ਵਿੱਚ ਕਿੰਨਾ ਹੁੰਦਾਗਾ 6 ਦਾ ਹੁੰਦਾਗਾ। ਤਾਂ ਤੁਸੀਂ ਇਹ ਪੁਆਇੰਟ ਯਾਦ ਰੱਖਣਾ ਜੀ। ਨੈਕਸਟ ਚੱਲਦੇ ਹਾਂ ਜੀ ਅੱਗੇ। ਅੱਗੇ ਦੇਖਦੇ ਹੋ ਕੀ ਆ, ਜਿਹੜੀ ਆਪਣੀ ਪ੍ਰੈਜ਼ੀਡੈਂਟ ਦੀ ਡੇਟ ਆਫ ਇਲੈਕਸ਼ਨ ਕੌਣ ਨਿਰਧਾਰਿਤ ਕਰੇਗਾ। ਦੇਖੋ ਡੇਟ ਆਫ ਇਲੈਕਸ਼ਨ ਕੌਣ ਡਿਸਾਈਡ ਕਰੇਗਾ ਵੀ ਇਸ ਦਿਨ ਨੂੰ ਜਿਹੜਾ ਸਾਡਾ ਚੁਣਿਆ ਜਾਏਗਾ ਸਪੀਕਰ, ਤਾਂ ਕੌਣ ਕਰੇਗਾ ਜੀ, ਪ੍ਰੈਜ਼ੀਡੈਂਟ। ਕਹਿਣ ਦਾ ਭਾਵ ਸਾਡੇ ਦੇਸ਼ ਦਾ ਰਾਸ਼ਟਰਪਤੀ ਇਲੈਕਸ਼ਨ ਦੀ ਡੇਟ ਡਿਸਾਈਡ ਕਰੇਗਾ, ਕਿਹਦੀ, ਸਪੀਕਰ ਦੀ, ਠੀਕ ਹੈ। ਇਹ ਗੱਲ ਤੁਸੀਂ ਯਾਦ ਰੱਖਿਓ। ਆਹ ਜਿਹੜਾ ਪੇਪਰ ਦੇ ਵਿੱਚ ਮੋਸਟ ਇੰਪੋਰਟੈਂਟ ਪੁਆਇੰਟ ਆ, ਜਿੰਨੇ ਮਰਜ਼ੀ ਪੇਪਰ ਦੇ ਲਓ ਇੱਥੇ ਤੁਹਾਨੂੰ ਮਿਲ ਹੀ ਜਾਣਾ ਵੀ ਜਿਹੜਾ ਸਾਡਾ ਫਸਟ ਸਪੀਕਰ ਆਫ ਲੋਕ ਸਭਾ ਕਿਹੜਾ ਸੀਗਾ। ਕਾਫੀ ਜ਼ਿਆਦਾ ਇੰਪੋਰਟੈਂਟ ਪੁਆਇੰਟ ਆ, ਗਣੇਸ਼ ਵਾਸੂਦੇਵ ਮਾਵਲਕਰ। ਬਹੁਤ ਵਾਰੇ ਸੈਂਕੜੇ ਪੇਪਰਾਂ ਵਿੱਚ ਇਹ ਕੁਐਸਚਨ ਪੁੱਟ ਕੀਤਾ ਗਿਆ, ਚਾਹੇ ਕੋਈ ਕੰਪੀਟੀਟਿਵ ਐਗਜ਼ਾਮ ਆ, ਚਾਹੇ ਮਾਸਟਰ ਕੇਡਰ ਆ, ਕੋਈ ਵੀ ਪੇਪਰ ਆ, ਠੀਕ ਆ। ਤਾਂ ਇਹਨੂੰ ਸ਼ਾਰਟਕਟ 'ਚ ਲਿਖ ਦਿੰਦਾ ਐਗਜ਼ਾਮੀਨਰ ਕਈ ਵਾਰੀ GV ਮਾਵਲਕਰ, ਇੱਦਾਂ ਤਾਂ ਕਿਤੇ ਉਲਝ ਨਾ ਜਾਣਾ, ਕਈ ਵਾਰੀ ਇਕੱਲਾ ਮਾਵਲਕਰ ਲਿਖ ਦੇਗਾ, ਠੀਕ ਹੈ। ਤਾਂ ਸਾਡੀ ਪਹਿਲੀ ਲੋਕ ਸਭਾ ਦਾ ਸਪੀਕਰ ਸੀਗਾ ਗਣੇਸ਼ ਵਾਸੂਦੇਵ ਮਾਵਲਕਰ, ਠੀਕ ਹੈ। ਇਹ ਪੁਆਇੰਟ ਤੁਸੀਂ ਯਾਦ ਰੱਖਣਾ। ਤੇ ਪਹਿਲਾ ਡਿਪਟੀ ਸਪੀਕਰ ਕਿਹੜਾ ਸਾਡਾ ਫਸਟ, ਕਿਉਂਕਿ ਡਿਪਟੀ ਸਪੀਕਰ ਵੀ ਦੱਸ ਚੁੱਕਿਆ ਤੁਹਾਨੂੰ ਮੈਂ ਵੀ ਲੋਕ ਸਭਾ ਦੇ ਮੈਂਬਰ ਆਪਣੇ ਵਿੱਚੋਂ ਇੱਕ ਡਿਪਟੀ ਸਪੀਕਰ ਦੀ ਚੋਣ ਕਰਦੇ ਆ, ਤਾਂ ਉਹ ਹੈਗਾ ਸੀਗਾ NA ਆਈਗਰ, ਠੀਕ ਆ। ਤਾਂ ਇਹ ਵੀ ਤੁਸੀਂ ਯਾਦ ਰੱਖ ਸਕਦੇ ਹੋ, ਇੱਥੇ ਜਾਈਏ ਆਈਗਰ, ਠੀਕ ਹੈ। ਤਾਂ ਕਈ ਵਾਰੀ ਇਕੱਲਾ ਆਈਗਰ ਲਿਖ ਦਿੰਦੇ ਆ, ਤਾਂ ਇਸ ਕਰਕੇ ਤੁਸੀਂ ਯਾਦ ਰੱਖਣੇ ਆ ਪਹਿਲਾ ਸਪੀਕਰ ਤੇ ਪਹਿਲਾ ਡਿਪਟੀ ਸਪੀਕਰ। ਮੋਸਟ ਇੰਪੋਰਟੈਂਟ ਜਿਹੜੇ ਪੁਆਇੰਟ ਨੇ ਪੇਪਰ ਦੇ ਪੱਖੋਂ, ਠੀਕ ਹੈ, ਯਾਦ ਰੱਖਣੇ ਨੇ। ਉਸ ਤੋਂ ਬਾਅਦ ਕਰੰਟ 'ਚ ਆਪਾਂ ਕਰਾਂਗੇ ਅੱਗੇ ਜਾ ਕੇ। ਉਸ ਤੋਂ ਨੈਕਸਟ ਅੱਗੇ ਦੇਖੋ ਜੀ, ਇੱਕ ਪੁਆਇੰਟ ਦੇਖਣਾ, ਕਈ ਵਾਰੀ ਆਪਾਂ ਨੂੰ ਪੁੱਛਿਆ ਜਾਂਦਾ ਫਸਟ ਲੇਡੀਜ਼ ਪੁੱਛਿਆ ਜਾਂਦਾ। ਦੇਖੋ ਜਿਹੜੀ ਫਸਟ ਸਪੀਕਰ ਆਫ ਲੋਕ ਸਭਾ ਇਸਤਰੀਆਂ ਦੇ ਵਿੱਚੋਂ ਆਪਾਂ ਦੇਖ ਲਈਏ, ਉਹ ਤਾਂ ਹੈਗੇ ਸੀਗੇ ਪਹਿਲੇ ਸਪੀਕਰ, ਬਿਲਕੁਲ ਠੀਕ ਹੈ। ਇਹ ਹੈਗੇ ਆਪਣੇ ਇਸਤਰੀਆਂ ਦੇ ਵਿੱਚੋਂ, ਵੂਮੈਨਸ ਦੇ ਵਿੱਚੋਂ, ਇਹ ਦਲਿਤ ਵੀ ਨੇ ਨਾਲ, ਠੀਕ ਹੈ। ਜੇਕਰ ਤੁਹਾਨੂੰ ਪੇਪਰ ਦੇ ਵਿੱਚ ਕੁਐਸਚਨ ਪੁੱਟ ਕੀਤਾ ਜਾਂਦਾ ਵੀ ਪਹਿਲੇ ਦਲਿਤ ਸਪੀਕਰ ਕਿਹੜੇ ਸੀ, ਤਾਂ ਵੀ ਆਨਸਰ ਕੀ ਆਏਗਾ, ਮੀਰਾ ਕੁਮਾਰੀ। ਜੇ ਆ ਜਾਏਗਾ ਪਹਿਲੀ ਵੂਮੈਨ ਸਪੀਕਰ ਕਿਹੜੀ ਸੀ ਲੋਕ ਸਭਾ ਦੀ, ਤਾਂ ਵੀ ਕੌਣ ਆਏਗਾ, ਮੀਰਾ ਕੁਮਾਰੀ, ਠੀਕ ਹੈ। ਕਿਉਂਕਿ ਜੇ ਆਪਾਂ ਦੇਖੀਏ ਤਾਂ ਦੋ ਹੀ ਜਿਹੜੀਆਂ ਇਸਤਰੀਆਂ ਨੇ ਸਪੀਕਰ ਰਹੀਆਂ ਨੇ ਲੋਕ ਸਭਾ ਦੇ ਵਿੱਚ ਹੁਣ ਤੱਕ, ਇੱਕ ਸੁਮਿਤਰਾ ਮਹਾਜਨ ਰਹੀ ਆ 16ਵੀਂ ਲੋਕ ਸਭਾ ਦੀ, ਇੱਕ ਰਹੀ ਆ ਮੀਰਾ ਕੁਮਾਰੀ, ਠੀਕ ਹੈ। ਤਾਂ ਅੱਗੇ ਹੈਗੀ ਆ ਸੈਕਿੰਡ ਸਪੀਕਰ ਵੂਮੈਨ, ਉਹ ਹੈਗੀ ਆ ਸੁਮਿਤਰਾ ਮਹਾਜਨ, ਠੀਕ ਆ। ਆ ਪਿੱਛੇ ਤੁਸੀਂ ਦੇਖਿਆ ਹੋਣਾ ਜਿਹੜੀਆਂ 2014 ਦੇ ਵਿੱਚ ਚੋਣਾਂ ਹੋਈਆਂ ਸੀਗੀਆਂ, ਉਹ ਆਪਣੀਆਂ 16ਵੀਂ ਲੋਕ ਸਭਾ ਚੋਣਾਂ ਸੀਗੀਆਂ, ਤਾਂ ਉਹਨਾਂ ਦੀ ਸਪੀਕਰ ਕੌਣ ਸੀਗੀ, ਸੁਮਿਤਰਾ ਮਹਾਜਨ, ਠੀਕ ਹੈ। ਤਾਂ ਓਨਲੀ ਦੋ ਇਸਤਰੀਆਂ ਰਹੀ ਨੇ, ਇੱਕ ਤਾਂ ਮੀਰਾ ਕੁਮਾਰੀ, ਇੱਕ ਆਪਣਾ ਸੁਮਿਤਰਾ ਮਹਾਜਨ। ਤਾਂ ਇੱਥੇ ਆਪਾਂ ਪੁਆਇੰਟ ਬਣਦੇ ਆ, ਪਹਿਲੀ ਦਲਿਤ ਸਪੀਕਰ ਕਿਹੜੀ ਸੀ, ਮੀਰਾ ਕੁਮਾਰੀ, ਜਾਂ ਪਹਿਲੀ ਇਸਤਰੀ ਸਪੀਕਰ ਮੀਰਾ ਕੁਮਾਰੀ, ਤੇ ਸੈਕਿੰਡ ਕਿਹੜੀ ਬਣੀ ਸੀ, ਸੁਮਿਤਰਾ ਮਹਾਜਨ, ਠੀਕ ਹੈ। ਤਾਂ ਅੱਗੇ ਚੱਲਦੇ ਹਾਂ ਜੀ, ਪ੍ਰੈਜ਼ੈਂਟ ਸਪੀਕਰ ਆਫ ਲੋਕ ਸਭਾ ਜੀ। ਜੇਕਰ ਦੇਖੀਏ ਆਪਾਂ ਵੀ ਵਰਤਮਾਨ ਸਮੇਂ ਦੇ ਵਿੱਚ ਜਿਹੜਾ ਸਾਡਾ ਸਪੀਕਰ ਆ ਲੋਕ ਸਭਾ ਦਾ ਕੌਣ ਆ, ਤਾਂ ਕੌਣ ਆ 17ਵੀਂ ਲੋਕ ਸਭਾ ਦਾ, ਓਮ ਬਿਰਲਾ, ਠੀਕ ਆ। ਯਾਦ ਰੱਖਿਓ ਓਮ ਬਿਰਲਾ। ਤਾਂ ਕਾਫੀ ਜ਼ਿਆਦਾ ਇੰਪੋਰਟੈਂਟ ਆ। ਹੁਣ ਕਿੰਨਵੀਂ ਲੋਕ ਸਭਾ ਚੱਲ ਰਹੀ ਹੈ ਆਪਣੀ, 17ਵੀਂ ਲੋਕ ਸਭਾ ਦਾ, ਠੀਕ ਹੈ। ਇੱਥੇ ਕੁਐਸਚਨ ਇਸ ਤਰ੍ਹਾਂ ਵੀ ਪੁੱਛਿਆ ਜਾ ਸਕਦਾ ਵੀ 17ਵੀਂ ਲੋਕ ਸਭਾ ਸਪੀਕਰ ਸਾਡਾ ਕੌਣ ਹੈ, ਠੀਕ ਹੈ। ਕਿਸ ਤਰੀਕੇ ਨਾਲ ਮਰਜ਼ੀ ਜਿਹੜਾ ਐਗਜ਼ਾਮੀਨਰ ਕੁਐਸਚਨ ਪੁੱਟ ਕਰ ਲੇ, ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਗੇ ਜੀ। ਨੈਕਸਟ ਆਪਾਂ ਦੇਖਦੇ ਹਾਂ ਪ੍ਰੈਜ਼ੈਂਟ ਡਿਪਟੀ ਸਪੀਕਰ ਜਿਹੜਾ ਉਹ ਨਹੀਂ ਹੈਗਾ ਇਹਦਾ, ਉਹਦਾ ਹਲੇ, ਠੀਕ ਹੈ। ਤਾਂ ਇਹ ਤੁਸੀਂ ਕਰੰਟ ਜਿਹੜੇ ਚੈੱਕ ਵੀ ਕਰਦੇ ਰਹਿਣਾ, ਕਿਉਂਕਿ ਕਰੰਟ ਲਈ ਤੁਹਾਨੂੰ ਜਿਹੜੀ ਚੇਂਜਸ ਹੁੰਦੀਆਂ ਰਹਿੰਦੀਆਂ ਨੇ, ਠੀਕ ਹੈ। ਜਿਹੜੇ ਮੈਂ ਤੁਹਾਨੂੰ ਕਰੰਟ ਦੱਸਦਾ ਹੁੰਦਾ ਤਾਂ ਉਹਨਾਂ ਨੂੰ ਤੁਸੀਂ ਖੁਦ ਚੈੱਕ ਕਰਨਾਗਾ, ਠੀਕ ਹੈ, ਤੁਹਾਡੀ ਰਿਸਪੌਂਸਿਬਿਲਿਟੀ ਹੈ, ਕਿਉਂਕਿ ਕਈ ਵਾਰੀ ਚੇਂਜਸ ਹੁੰਦੀਆਂ ਰਹਿੰਦੀਆਂ ਨੇ ਇਹਦੀਆਂ। ਤਾਂ ਉਸ ਤੋਂ ਬਾਅਦ ਦੇਖਦੇ ਹਾਂ ਜੀ ਆਪਾਂ ਰਿਮੂਵਲ ਪ੍ਰੋਸੈਸ ਕੀ ਆ। ਜੇਕਰ ਤੁਹਾਨੂੰ ਆਪਾਂ ਪਿਛਲੇ ਕਿੰਨੇ ਹੀ ਜਿਹੜੇ ਅਹੁਦੇ ਕਰ ਚੁੱਕੇ ਆ, ਚਾਹੇ ਉਹ ਰਾਜਪਾਲ ਆ, ਵਾਈਸ ਪ੍ਰੈਜ਼ੀਡੈਂਟ ਆ, ਤਾਂ ਉਹਨਾਂ ਦੇ ਜਿਹੜੇ ਆਪਾਂ ਕਹਿੰਦੇ ਆ ਵੀ ਰਿਮੂਵ ਕੀਤਾ ਜਾਂਦਾ ਉਹਨਾਂ ਨੂੰ। ਤਾਂ ਸਪੀਕਰ ਨੂੰ ਕਿਵੇਂ ਰਿਮੂਵ ਕਰਦੇ ਆਪਾਂ, ਤੁਹਾਨੂੰ ਕੋਈ ਕੁਐਸਚਨ ਪੁੱਟ ਕਰ ਲਈ, ਸਪੀਕਰ ਕਿਹੜੇ ਤਰੀਕੇ ਨਾਲ ਰਿਮੂਵ ਹੋਏਗਾ, ਤਾਂ ਦੇਖੋ ਰਿਮੂਵਲ ਪ੍ਰੋਸੈਸ ਕੀ ਹੈ ਇਹਦਾ, ਠੀਕ ਆ। ਆਪਾਂ ਸੁਪਰੀਮ ਕੋਰਟ ਵੀ ਅੱਗੇ ਜਾ ਕੇ ਪੜਾਂਗੇ, ਹਾਈ ਕੋਰਟ। ਤਾਂ ਇੱਥੇ ਦੇਖੋ ਇਹਨੂੰ 14 ਦਿਨ ਪਹਿਲਾਂ ਨੋਟਿਸ ਦੇਣਾ ਪਏਗਾ। ਜਿਸ ਤਰ੍ਹਾਂ ਆਪਾਂ ਗੱਲ ਕੀਤੀ ਸੀ ਵੀ ਪ੍ਰੈਜ਼ੀਡੈਂਟ ਨੂੰ ਹਟਾਉਣ ਤੋਂ ਪਹਿਲਾਂ ਜਾਂ ਵਾਈਸ ਪ੍ਰੈਜ਼ੀਡੈਂਟ ਨੂੰ ਹਟਾਉਣ ਤੋਂ ਪਹਿਲਾਂ ਆਪਾਂ ਨੂੰ ਕੀ ਕਰਨਾ ਪਏਗਾ, 14 ਦਿਨ ਪਹਿਲਾਂ ਜਿਹੜਾ ਉਹਨੂੰ ਨੋਟਿਸ ਦੇਣਾ ਪਏਗਾ। ਤਾਂ ਇਸੇ ਤਰ੍ਹਾਂ ਕੀ ਆ, ਸਪੀਕਰ ਨੂੰ ਹਟਾਉਣ ਲਈ ਵੀ 14 ਦਿਨ ਪਹਿਲਾਂ ਆਪਾਂ ਨੂੰ ਨੋਟਿਸ ਆ ਜਿਹੜਾ ਉਹ ਦੇਣਾ ਪਵੇਗਾ। ਉਸ ਤੋਂ ਬਾਅਦ ਕੀ ਹੋਏਗਾ, ਐਬਸੋਲਿਊਟ ਮੈਜੋਰਟੀ ਕਹਿਣ ਦਾ ਭਾਵ 50+1 ਜਿਹੜੇ ਮੈਂਬਰਾਂ ਦੇ ਦਸਤਖਤ ਹੋਣੇ ਚਾਹੀਦੇ ਆ, ਠੀਕ ਆ, ਅੱਧ ਤੋਂ ਅਧਿਕ, ਠੀਕ ਹੈ। ਤਾਂ ਉਸ ਤੋਂ ਬਾਅਦ ਕੀ ਆ,
ਸਪੀਕਰ ਨੂੰ ਹਟਾ ਦਿੱਤਾ ਜਾਵੇਗਾ। ਜੇਕਰ ਆਪਾਂ ਇਹਨੂੰ ਰਿਮੂਵ ਕਰਨਾ ਗਾ, ਇਹ ਤਰੀਕੇ ਨਾਲ ਇਸ ਨੂੰ ਹਟਾਇਆ ਜਾਂਦਾ ਗਾ। ਉਸ ਤੋਂ ਬਾਅਦ ਇੱਕ ਅਡਜੋਰਨ ਤੁਸੀਂ ਯਾਦ ਰੱਖਣਾ, ਇੱਕ ਅਡਜੋਰਨ ਸਾਈਨ ਡਾਈ, ਇਹ ਤੁਸੀਂ ਪੁਆਇੰਟ ਵੀ ਯਾਦ ਰੱਖ ਸਕਦੇ ਹੋ, ਕਈ ਵਾਰੀ ਪੇਪਰ 'ਚ ਪੁੱਟ ਕੀਤੇ ਗਿਆ। ਦੇਖੋ ਅਡਜੋਰਨ ਦੇ ਵਿੱਚ ਕੀ ਹੁੰਦਾ, ਇਹਦੇ ਵਿੱਚ ਕੀ ਹੁੰਦਾ ਗਾ, ਸਮਾਂ ਨਿਸ਼ਚਿਤ ਹੁੰਦਾ ਗਾ। ਜਦੋਂ ਜਿਹੜੀ ਸਦਨ ਦੀ ਕਾਰਵਾਈ ਆਪਾਂ ਅਗਲੀ ਕਰਨੀ ਆ ਤਾਂ ਉਹਦੇ ਵਿੱਚ ਸਮਾਂ ਡਿਸਾਈਡ ਕਰ ਦਿੱਤਾ ਜਾਂਦਾ ਸਪੀਕਰ ਦੁਆਰਾ ਵੀ ਆਪਾਂ ਇਸ ਡੇਟ ਨੂੰ ਜਿਹੜਾ ਇਹ ਕਰਾਂਗੇ। ਇਹਦੇ ਵਿੱਚ ਕੀ ਹੁੰਦਾ, ਅਡਜੋਰਨ ਸਾਈਨ ਡਾਈ ਦੇ ਵਿੱਚ ਇਹਦੇ ਵਿੱਚ ਕੋਈ ਸਮਾਂ ਨਿਸ਼ਚਿਤ ਨਹੀਂ ਹੁੰਦਾ। ਤਾਂ ਇੱਥੇ ਟ੍ਰਿਕ ਵੀ ਹੈ ਇੱਕ, ਡਾਈ ਡੈਥ ਦਾ ਕੋਈ ਸਮਾਂ ਨਹੀਂ ਹੁੰਦਾ, ਇੱਥੇ ਐਂ ਯਾਦ ਰੱਖ ਸਕਦੇ ਹਾਂ, ਠੀਕ ਹੈ। ਤਾਂ ਅਡਜੋਰਨ ਦੇ ਵਿੱਚ ਕੀ ਹੁੰਦਾ ਗਾ, ਜਿਹੜਾ ਆਪਣਾ ਸੈਸ਼ਨ ਦੀ ਕਾਰਵਾਈ ਦਾ ਸਮਾਂ ਜਿਹੜਾ ਤੈਅ ਹੁੰਦਾ ਗਾ, ਇਹਦੇ ਵਿੱਚ ਕੀ ਹੁੰਦਾ ਗਾ, ਸੈਸ਼ਨ ਦੀ ਕਾਰਵਾਈ ਦਾ ਸਮਾਂ ਜਿਹੜਾ ਉਹ ਤੈਅ ਨਹੀਂ ਕੀਤਾ ਜਾਂਦਾ, ਠੀਕ ਹੈ। ਇਹ ਪੁਆਇੰਟ ਵੀ ਤੁਸੀਂ ਯਾਦ ਰੱਖਣੇ ਆ ਜੀ। ਨੈਕਸਟ ਚੱਲਦੇ ਜੀ ਅੱਗੇ ਕੀ ਆ, ਦੇਖੋ ਜੇਕਰ ਕਹਿੰਦੇ ਲੋਕ ਸਭਾ ਭੰਗ ਹੋ ਜਾਵੇ, ਆਪਾਂ ਪਿੱਛੇ ਗੱਲ ਕੀਤੀ ਸੀ ਵੀ ਜਿਹੜੀ ਲੋਕ ਸਭਾ ਭੰਗ ਹੋ ਜਾਂਦੀ ਆ ਕਿਹੜੇ ਆਰਟੀਕਲ ਥਰੂ, 85, ਠੀਕ ਹੈ। ਦੇਖੋ ਜੇਕਰ ਕਈ ਭੁੱਲ ਗਏ ਹੋਣਗੇ ਵੀ ਆਪਾਂ ਸੰਵਿਧਾਨ ਦਾ ਆਰਟੀਕਲ ਹੈ ਕਿ 85, ਉਹਦੇ ਅਕੋਰਡਿੰਗ ਕੀ ਹੁੰਦਾ, ਜਿਹੜੀ ਸਾਡੀ ਲੋਕ ਸਭਾ ਭੰਗ ਹੋ ਜਾਂਦੀ ਆ, ਠੀਕ ਹੈ ਨਾ। ਤੇ ਲੋਕ ਸਭਾ ਭੰਗ ਕੌਣ ਕਰਦਾ ਹੁੰਦਾ, ਰਾਸ਼ਟਰਪਤੀ ਕਰਦਾ ਹੁੰਦਾ, PM ਦੀ ਸਲਾਹ ਨਾਲ ਕਰਦਾ ਹੁੰਦਾ। ਤੇ ਰਾਜ ਸਭਾ ਦਾ ਭੰਗ ਹੁੰਦੀ ਨਹੀਂ, ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕਿਆ, ਠੀਕ ਹੈ। ਤੇ ਹੁਣ ਕੀ ਹੈਗਾ, 85 ਆਰਟੀਕਲ ਦੇ ਹੁਣ ਲੋਕ ਸਭਾ ਭੰਗ ਹੋ ਗਈ ਮੰਨ ਲਓ, ਤਾਂ ਕੀ ਹੋਏਗਾ, ਕੀ ਆਪਣੀ ਸਪੀਕਰ ਆਪਣੀ ਪਦਵੀ ਛੱਡ ਦੇਗਾ। ਜੇਕਰ ਤੁਹਾਨੂੰ ਕੋਈ ਕੁਐਸਚਨ ਪੁੱਟ ਕਰ ਲਏ ਵੀ ਜੇਕਰ ਲੋਕ ਸਭਾ ਭੰਗ ਹੋ ਜਾਂਦੀ ਹੈ ਕੀ ਸਪੀਕਰ ਵੀ ਆਪਣੀ ਪਦਵੀ ਤਿਆਗ ਦੇਗਾ, ਨਹੀਂ, ਠੀਕ ਆ। ਸਪੀਕਰ ਆਪਣੀ ਪਦਵੀ ਕਦੋਂ ਤੱਕ ਨਹੀਂ ਤਿਆਗੇਗਾ, ਜਦੋਂ ਤੱਕ ਨਵੀਂ ਲੋਕ ਸਭਾ ਚੁਣ ਕੇ ਨਹੀਂ ਆਏਗੀ, ਉਹਦੀ ਫਸਟ ਮੀਟਿੰਗ ਨਹੀਂ ਹੋਏਗੀ, ਉਦੋਂ ਤੱਕ ਆਪਣੀ ਪਦਵੀ ਤੇ ਉਹ ਬਣਿਆ ਰਹੇਗਾ, ਠੀਕ ਹੈ। ਦੇਖੋ ਲੋਕ ਸਭਾ ਭੰਗ ਹੋਣ ਦੀ ਸੂਰਤ ਵਿੱਚ ਸਪੀਕਰ ਆਪਣੀ ਪਦਵੀ ਨਹੀਂ ਛੱਡਦਾ, ਕਦੋਂ ਤੱਕ, ਜਦੋਂ ਤੱਕ ਨਵੀਂ ਲੋਕ ਸਭਾ ਦਾ ਗਠਨ ਨਾ ਹੋ ਕੇ ਉਸਦੀ ਪਹਿਲੀ ਮੀਟਿੰਗ ਨਾ ਹੋਵੇ, ਠੀਕ ਹੈ। ਮੈਂ ਇੱਕ ਐਗਜ਼ਾਮਪਲ ਦੱਸਦਾ ਸਿੱਧੀ ਜੀ, ਮੰਨ ਲਓ ਤੁਸੀਂ ਕਿਸੇ ਨੂੰ ਘਰ ਸਮਾ ਗਏ, ਠੀਕ ਆ, ਆਪਾਂ ਵਿਆਹ 'ਤੇ ਚਲੇ ਜਾਂਦੇ ਹਾਂ, ਤਾਂ ਉਸ ਤੋਂ ਬਾਅਦ ਕੀ ਆ, ਜਦੋਂ ਤੁਸੀਂ ਵਾਪਸ ਆਓਗੇ ਤਾਂ ਉਹ ਤੁਹਾਡਾ ਘਰ ਉਦੋਂ ਛੱਡ ਕੇ ਜਾਏਗਾ ਜਦੋਂ ਤੁਹਾਡੇ ਨਾਲ ਲੱਡੂ ਵੀ ਲੈ ਕੇ ਜਾਏਗਾ, ਹੈ ਨਾ, ਫੇਰ ਹੀ ਜਾਏਗਾ। ਤਾਂ ਇਸੇ ਤਰ੍ਹਾਂ ਇਹ ਆ, ਜਦੋਂ ਆਪਣੀ ਲੋਕ ਸਭਾ ਨਵੀਂ ਚੁਣ ਕੇ ਆਏਗੀ, ਅਗਲਾ ਸਪੀਕਰ ਆਪਣਾ ਆਏਗਾ, ਤਾਂ ਉਹਨੂੰ ਪਦਵੀ ਸੁਭਾ ਕੇ ਫੇਰ ਜਿਹੜਾ ਵਾਪਸ ਜਾਵੇਗਾ, ਕਹਿੰਦਾ ਵਾ ਫੇਰ ਰਿਮੂਵ ਹੋਊਗਾ, ਪਹਿਲਾਂ ਹੀ ਨਹੀਂ ਰਿਮੂਵ ਕੀਤਾ ਜਾ ਸਕਦਾ, ਕਹਿੰਦਾ ਭਾਵ, ਠੀਕ ਹੈ, ਜਾਂ ਭੰਗ ਨਹੀਂ ਹੁੰਦਾ ਨਾਲ ਦੇ ਨਾਲ। ਉਸ ਤੋਂ ਬਾਅਦ ਅੱਗੇ ਦੇਖਦੇ ਹਾਂ ਜੀ ਆਪਾਂ, ਇਹਦੇ ਕੰਮ ਤੇ ਅਧਿਕਾਰ ਖੇਤਰ ਕਿਹੜੇ ਆ, ਠੀਕ ਹੈ। ਹੁਣ ਜੇ ਸਪੀਕਰ ਬਣਾਇਆ ਗਾ ਲੋਕ ਸਭਾ ਦੇ ਵਿੱਚ ਤੇ ਕੰਮ ਵੀ ਹੋਣਗੇ ਕੋਈ ਸਪੀਕਰ, ਠੀਕ ਹੈ। ਤਾਂ ਕਿਹੜੇ ਕੰਮ ਕਰਦਾ, ਕਿਹੜੇ ਕੰਮ ਹੁੰਦੇ ਨੇ ਇਹਦੇ ਕੋਲੇ ਸਦਨ ਦੇ, ਤਾਂ ਆਪਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਿਆ ਵੀ ਜਿੰਨੀਆਂ ਵੀ ਜਿਹੜੀਆਂ ਆਪਾਂ ਸਦਨ ਦੀ ਕਾਰਵਾਈ ਦੀ ਜਿਹੜੀ ਪ੍ਰਧਾਨਗੀ ਕਰਦਾ ਹੁੰਦਾ, ਚੇਅਰਡ ਪਰਸਨ ਹੁੰਦਾ, ਉਹ ਆਪਣਾ ਸਪੀਕਰ ਹੁੰਦਾ ਗਾ, ਨਾ ਕਿ ਪ੍ਰੈਜ਼ੀਡੈਂਟ ਹੁੰਦਾ, ਨਾ ਕਿ ਸਟੇਟਾਂ ਦੇ ਵਿੱਚ ਰਾਜਪਾਲ ਹੁੰਦਾ। ਇਹਨਾਂ ਦਾ ਕੰਮ ਕੀ ਹੁੰਦਾ ਗਾ, ਲੋਕ ਸਭਾ ਤੇ ਰਾਜ ਸਭਾ ਦੀਆਂ ਬੈਠਕਾਂ ਨੂੰ ਬੁਲਾਉਣਾ। ਜਿਹੜਾ ਰਾਸ਼ਟਰਪਤੀ ਕੀ ਕਰੇਗਾ, ਲੋਕ ਸਭਾ ਤੇ ਰਾਜ ਸਭਾ ਦੀਆਂ ਬੈਠਕਾਂ ਨੂੰ ਬੁਲਾਏਗਾ, ਤੇ ਦੂਜੇ ਪਾਸੇ ਸਪੀਕਰ ਕੀ ਕਰਦਾ ਹੁੰਦਾ, ਜਿਹੜਾ ਆਪਣਾ ਜੇ ਆਪਾਂ ਗੱਲ ਕਰੀਏ ਰਾਜਪਾਲ ਵਿਧਾਨ ਸਭਾ ਤੇ ਵਿਧਾਨ ਪ੍ਰੀਸ਼ਦ ਦੀਆਂ ਬੈਠਕਾਂ ਨੂੰ ਬੁਲਾਉਂਦਾ ਇੱਧਰ ਸਟੇਟਾਂ ਦੇ ਵਿੱਚ। ਤਾਂ ਇੱਥੇ ਜਦੋਂ ਸਪੀਕਰ ਦਾ ਪ੍ਰਧਾਨਗੀ ਕੀਤੀ ਜਾਂਦੀ ਹੈ, ਸਿਰਫ ਲੋਕ ਸਭਾ ਤੇ ਰਾਜ ਸਭਾ ਦੀਆਂ ਜਿਹੜੀਆਂ ਆਪਣੀਆਂ ਬੈਠਕਾਂ ਹੁੰਦੀਆਂ ਉਹਨਾਂ ਦੀ ਪ੍ਰਧਾਨਗੀ ਕਿਹਦੇ ਦੁਆਰਾ ਕੀਤੀ ਜਾਂਦੀ ਆ, ਸਪੀਕਰ ਦੁਆਰਾ। ਤਾਂ ਹੁਣ ਆਪਾਂ ਦੇਖਦੇ ਹਾਂ ਇਹਦੇ ਕੰਮ ਹੋਰ ਕਿਹੜੇ ਕੰਮ ਨੇ, ਕੀ ਕੰਮ ਕਰਦਾ। ਦੇਖੋ ਕੰਮ ਤੇ ਅਧਿਕਾਰ ਖੇਤਰ, ਜਿਹੜੇ ਸਾਡੇ ਸਦਨ ਦੇ ਮੈਂਬਰਾਂ ਦੇ ਪ੍ਰਸ਼ਨ ਸਵੀਕਾਰ ਕਰਨੇ, ਠੀਕ ਹੈ, ਚਾਹੇ ਉਹ ਲੋਕ ਸਭਾ ਚਾਹੇ ਉਹ ਰਾਜ ਸਭਾ, ਸਵੀਕਾਰ ਕਰਨੇ, ਨਿਯਮਿਤ ਕਰਨੇ ਤੇ ਨਿਯਮ ਵਿਰੁੱਧ ਘੋਸ਼ਿਤ ਕਰਨੇ, ਠੀਕ ਹੈ। ਇਹ ਕਿਹਦਾ ਕੰਮ ਆ, ਸਾਡੇ ਸਪੀਕਰ ਦਾ ਕੰਮ ਆ, ਨਾ ਕਿ ਰਾਸ਼ਟਰਪਤੀ ਦਾ ਕੰਮ ਆ। ਰਾਸ਼ਟਰਪਤੀ ਨੇ ਤਾਂ ਕੇਵਲ ਬੈਠਕਾਂ ਨੂੰ ਬੁਲਾਉਣਾ ਹੁੰਦਾ ਗਾ। ਕਿੰਨੇ ਵਾਰੀ ਬੁਲਾਈਆਂ ਜਾਂਦੀਆਂ ਨੇ ਬੈਠਕਾਂ ਸਾਲ ਦੇ ਵਿੱਚ, 2 ਵਾਰੀ ਲੋਕ ਸਭਾ ਦੀਆਂ, 2 ਵਾਰੀ ਰਾਜ ਸਭਾ ਦੀਆਂ। ਐਮਰਜੈਂਸੀ ਵੱਧ ਵੀ ਬੁਲਾਈਆਂ ਜਾ ਸਕਦੀਆਂ ਨੇ, ਠੀਕ ਹੈ। ਤੇ ਉਸ ਤੋਂ ਬਾਅਦ ਕੀ ਹੁੰਦਾ ਗਾ, ਕਿਸੇ ਵਿਸ਼ੇਸ਼ ਨੂੰ ਲੈ ਕੇ ਪ੍ਰਸਤੁਤ ਕੀਤਾ ਗਿਆ ਕੰਮ ਸਪੀਕਰ ਦੀ ਆਗਿਆ ਤੇ ਹੀ ਪੇਸ਼ ਕੀਤਾ ਜਾ ਸਕਦਾ ਗਾ, ਠੀਕ ਹੈ। ਸੰਸਦ ਦੇ ਵਿੱਚ ਕੋਈ ਵੀ ਜਿਹੜਾ ਆਪਾਂ ਮਤਾ, ਕੋਈ ਵੀ ਜਿਹੜਾ ਆਪਾਂ ਕੰਮ ਆ, ਠੀਕ ਹੈ, ਪ੍ਰਸਤੁਤ ਕਰਨਾ ਉਹਦੀ ਆਗਿਆ ਨਾਲ ਹੀ ਕੀਤਾ ਜਾ ਸਕਦਾ, ਠੀਕ ਹੈ, ਨਾ ਕਿ ਉਹਦੀ ਆਗਿਆ ਦੀ ਆਪਾਂ ਬੇਪਰਵਾਹ ਕਰਦੇ ਹਾਂ, ਠੀਕ ਹੈ। ਉਸ ਤੋਂ ਬਾਅਦ ਜਿਹੜੇ ਸਾਡੇ ਵਿਚਾਰਸ਼ੀਲ ਬਿੱਲ ਹੁੰਦੇ ਨੇ, ਠੀਕ ਹੈ, ਉਹਨਾਂ 'ਤੇ ਬਹਿਸ ਕਰਵਾ ਸਕਦਾ ਗਾ, ਠੀਕ ਆ। ਮੰਨ ਲਓ ਕੀ ਹੁੰਦੇ ਹੈਗੇ, ਕੁਝ ਬਿੱਲ ਨੇ ਜਿਹਦੇ ਥੋੜ੍ਹੇ ਦੀ ਬਹਿਸ ਦੀ ਲੋੜ ਆ। ਮੰਨ ਲਓ ਇੱਕ ਬਿੱਲ ਆ ਗਿਆ, ਕੁਝ ਵਿਅਕਤੀ ਉਹਦੇ ਪੱਖ ਵਿੱਚ ਨੇ, ਕੁਝ ਉਹਦੇ ਵਿਪੱਖ ਵਿੱਚ ਨੇ, ਤਾਂ ਸਪੀਕਰ ਕੀ ਕਰੂਗਾ, ਸਪੀਕਰ ਉਹ 'ਤੇ ਬਹਿਸ ਕਰਨ ਦਾ ਸਮਾਂ ਦੇ ਦੂਗਾ ਵੀ ਤੁਸੀਂ ਆਪਣੇ ਪੱਖ ਦਿਓ, ਤੁਸੀਂ ਆਪਣੇ ਦਿਓ, ਠੀਕ ਆ। ਫਿਰ ਉਹ ਦੁਬਾਰਾ ਡਿਸੀਜਨ ਲਿਆ ਜਾਂਦਾ ਗਾ, ਠੀਕ ਹੈ। ਤਾਂ ਕਹਿਣ ਦਾ ਭਾਵ ਜਿਹੜੇ ਵਿਚਾਰਸ਼ੀਲ ਬਿੱਲ ਨੇ ਜਿਹੜੇ ਸਾਡੇ, ਉਹਨਾਂ 'ਤੇ ਬਹਿਸ ਕਰਾਉਣ ਦਾ ਜਿਹੜਾ ਅਧਿਕਾਰ ਵੀ ਕਿਹਦੇ ਕੋਲੇ ਆ, ਸਪੀਕਰ ਕੋਲੇ ਹੁੰਦਾ। ਉਸ ਤੋਂ ਬਾਅਦ ਕੀ ਆ, ਜਿਹੜੇ ਸਾਡੇ ਸੰਸਦ ਦੇ ਮੈਂਬਰਾਂ ਨੂੰ ਭਾਸ਼ਣ ਦੇਣ ਦੀ ਆਗਿਆ ਦਿੰਦਾ ਗਾ ਤੇ ਕ੍ਰਮ ਜਿਹੜਾ ਉਹਨਾਂ ਦਾ ਨਿਰਧਾਰਿਤ ਕਰਦਾ ਗਾ। ਦੇਖੋ ਆਪਾਂ ਦੇਖਦੇ ਹਾਂ ਵੀ ਸਪੀਕਰ ਦਾ ਕੰਮ ਕੀ ਹੁੰਦਾ ਗਾ, ਜਿਹੜੇ ਸਾਡੇ ਸਦਨ ਦੇ ਵਿੱਚ ਮੈਂਬਰ ਬੈਠੇ ਹੁੰਦੇ ਆ, ਆਪਾਂ ਦੇਖਦੇ ਹਾਂ ਪਾਰਲੀਮੈਂਟ ਪ੍ਰੋਸੀਡਿੰਗ ਦੇਖਦੇ ਹਾਂ ਕਈ ਵਾਰੀ, ਤਾਂ ਉੱਥੇ ਕੀ ਹੁੰਦਾ ਗਾ, ਇੱਕ ਉਹਨਾਂ ਨੂੰ ਨਿਸ਼ਚਿਤ ਸਮਾਂ ਦਿੱਤਾ ਜਾਂਦਾ ਬੋਲਣ ਦਾ,
ਕਿਸੇ ਨੂੰ 3 ਮਿੰਟ 4 ਮਿੰਟ 5 ਮਿੰਟ ਇਸ ਤਰ੍ਹਾਂ ਦਾ, ਠੀਕ ਹੈ। ਤਾਂ ਉਹ ਵੀ ਕਿਹਦਾ ਕੰਮ ਆ, ਸਪੀਕਰ ਦਾ ਕੰਮ ਆ ਵੀ ਇਹ ਇੰਨੇ ਟਾਈਮ ਬੋਲੇਗਾ। ਉਸ ਤੋਂ ਬਾਅਦ ਉਹਨਾਂ ਦਾ ਕ੍ਰਮ ਕੀ ਆ ਵੀ ਪਹਿਲੇ ਨੰਬਰ ਤੇ, ਦੂਜੇ ਨੰਬਰ ਤੇ, ਤੀਜੇ ਨੰਬਰ ਤੇ, ਚੌਥੇ ਨੰਬਰ ਤੇ, ਇਸ ਤਰ੍ਹਾਂ, ਠੀਕ ਹੈ। ਤਾਂ ਹੀ ਜਿਹੜਾ ਸਿਸਟਮ ਆ, ਜਿਹੜਾ ਕਾਰਗੁਜ਼ਾਰੀ ਸਹੀ ਚੱਲੂ ਪਾਰਲੀਮੈਂਟ ਦੀ। ਨਹੀਂ ਤਾਂ ਕੀ ਹੋਊਗਾ, ਨਹੀਂ ਤਾਂ ਜਿਹੜਾ ਆਪ ਮੁਹਾਰੇ ਚੱਲੀ ਜਾਣਗੇ, ਕਹਿਣ ਦਾ ਭਾਵ, ਠੀਕ ਹੈ। ਜੇ ਆਪਾਂ ਕੋਈ ਫੰਕਸ਼ਨ ਕਰਾਉਣੇ ਆ ਉਹਦੇ ਵਿੱਚ ਵੀ ਆਪਾਂ ਨੂੰ ਟਾਈਮ ਮੈਨੇਜ ਕਰਨਾ ਪੈਂਦਾ ਵੀ ਇੰਨੇ ਟਾਈਮ ਦੀ ਸਪੀਚ ਹੋਊ, ਇੰਨੇ ਟਾਈਮ ਦਾ ਜਿਹੜਾ ਭੰਗੜਾ ਹੋਊਗਾ, ਗਿੱਧਾ ਹੋਏਗਾ, ਸੌਂਗ ਹੋਏਗਾ। ਤਾਂ ਉਸੇ ਤਰ੍ਹਾਂ ਸੰਸਦ ਦੀ ਵੀ ਜਿਹੜੀ ਕਾਰਗੁਜ਼ਾਰੀ ਇਸ ਤਰੀਕੇ ਨਾਲ ਚੱਲਦੀ ਆ। ਸਾਰਾ ਕੁਝ ਜਿਹੜਾ ਪਹਿਲਾਂ ਮਿਥਿਆ ਜਾਂਦਾ, ਠੀਕ ਹੈ, ਤਾਂ ਹੀ ਜਿਹੜਾ ਸਮੇਂ ਸਿਰ ਉਸ ਨੂੰ ਨੇਪਰੇ ਚਾੜਿਆ ਜਾਂਦਾ, ਕਹਿਣ ਦਾ ਭਾਵ, ਠੀਕ ਹੈ। ਉਸ ਤੋਂ ਅੱਗੇ ਚੱਲਦੇ ਹਾਂ ਜੀ। ਉਸ ਤੋਂ ਅੱਗੇ ਕੀ ਆ, ਦੇਖੋ ਜਿਹੜੇ ਸਾਡੇ ਭਿੰਨ ਬਿੱਲਾਂ ਉੱਤੇ ਮਤਦਾਨ ਕਰਵਾਉਂਦਾ ਗਾ। ਮਤਦਾਨ ਕੀ ਹੁੰਦਾ ਜੀ, ਵੋਟਿੰਗ ਕਰਵਾਈ ਜਾਂਦੀ ਆ। ਵੀ ਜਿਵੇਂ ਆਪਾਂ ਕਿਸੇ ਬਿੱਲ ਦੇਖਦੇ ਹਾਂ, ਕੋਈ ਸਿਟੀਜ਼ਨ ਅਮੈਂਡਮੈਂਟ ਬਿੱਲ ਆ ਗਿਆ, ਜਿਵੇਂ ਉਹਦੇ ਮੈਂ ਦੱਸਿਆ ਤੁਹਾਨੂੰ ਵੀ ਜਿਹੜੇ ਕੁੱਲ ਵੋਟਾਂ ਪਈਆਂ ਸੀ 391, ਠੀਕ ਹੈ। ਤਾਂ ਇਸ ਤਰ੍ਹਾਂ ਕੀ ਹੁੰਦਾ ਗਾ, ਉਹਨਾਂ 'ਤੇ ਵੋਟਿੰਗ ਕਰਾਈ ਜਾਂਦੀ ਆ, ਠੀਕ ਹੈ। ਵੀ ਤੁਸੀਂ ਇਸ ਬਿੱਲ ਦੇ ਪੱਖ ਵਿੱਚੋਂ ਜਾਂ ਵਿਪੱਖ ਵਿੱਚੋਂ ਵੋਟਿੰਗ ਕਰਾ ਦਿੱਤੀ ਜਾਂਦੀ ਆ, ਠੀਕ ਆ। ਕਿਸੇ ਪਾਸੇ 50 ਵੋਟਾਂ ਪੈ ਗਈਆਂ, 60 ਪੈ ਗਈਆਂ, ਇਸ ਤਰ੍ਹਾਂ। ਤਾਂ ਉਹਦੇ ਅਕੋਰਡਿੰਗ ਦੇਖਿਆ ਜਾਂਦਾ, ਜਿੱਧਰ ਬਿੱਲ ਦੀ ਵੋਟਿੰਗ ਜ਼ਿਆਦਾ ਹੋਊਗੀ ਉਧਰ ਬਿੱਲ ਜਿਹੜੇ ਉਹ ਪਾਸ ਕਰ ਦਿੱਤੇ ਜਾਂਦੇ ਆ। ਪਰ ਹੁਣ ਦੇਖੀਏ ਆਪਾਂ ਪਾਸ ਕਿੱਧਰ ਹੋਣਗੇ, ਜਿੱਧਰ ਮੈਜੋਰਟੀ ਦੇ ਵਿੱਚ ਸਰਕਾਰ ਹੋਊਗੀ, ਠੀਕ ਆ। ਜੇ ਆਪਾਂ ਦੇਖੀਏ ਪ੍ਰੈਜ਼ੈਂਟਲੀ ਸਮੇਂ ਦੇ ਵਿੱਚ ਨਰਿੰਦਰ ਮੋਦੀ ਦੀ ਸਰਕਾਰ ਆ, ਲੋਕ ਸਭਾ ਦੇ ਵਿੱਚ ਵੀ ਇਹਦੇ ਹੀ ਬਹੁਮਤ ਆ ਤੇ ਰਾਜ ਸਭਾ ਦੇ ਵਿੱਚ ਵੀ ਇਹਦੇ ਹੀ ਬਹੁਮਤ ਆ। ਇਸ ਕਰਕੇ ਜਿਹੜੇ ਫੈਸਲੇ ਆ ਉਹ ਸਖਤ ਆ, ਜਿਹੜੇ ਲਏ ਜਾਂਦੇ ਨੇ ਤਾਂ ਪਾਸ ਕੀਤੇ ਜਾ ਰਹੇ ਨੇ, ਚਾਹੇ ਉਹ ਕਿਸਾਨ ਬਿੱਲ ਨੇ, ਚਾਹੇ ਸਿਟੀਜ਼ਨ ਅਮੈਂਡਮੈਂਟ ਬਿੱਲ ਸੀ, ਤਾਂ ਉਹ ਤਾਂ ਹੀ ਪਾਸ ਹੋ ਰਹੇ ਨੇ, ਕਹਿਣ ਦਾ ਭਾਵ, ਕਿਉਂਕਿ ਜ਼ਿਆਦਾ ਮੈਜੋਰਟੀ ਹੈ ਜਿੱਧਰ ਉਹੀ ਹੋਣਗੇ। ਜੇ ਦੂਜੇ ਪਾਸੇ ਦੇਖੀਏ ਆਪਾਂ, ਕਾਂਗਰਸ ਦੀਆਂ ਸੀਟਾਂ ਬਹੁਤ ਘੱਟ ਸੀਗੀਆਂ, 52 ਸੀਟਾਂ ਜਿੱਤੀਆਂ ਸੀ ਓਨਲੀ, ਠੀਕ ਆ, ਕਾਫੀ ਘੱਟ ਸੀਟਾਂ ਸੀਗੀਆਂ। ਉਸ ਤੋਂ ਬਾਅਦ ਆਮ ਆਦਮੀ ਪਾਰਟੀ ਨੇ 1 ਸੀਟ ਜਿੱਤੀ ਸੀ, ਠੀਕ ਹੈ, ਤੇ 70 ਸੀ ਜਾਂ ਕੁਛ ਕਾਂਗਰਸ ਦੀ ਆ, ਠੀਕ ਹੈ, ਆਈ ਥਿੰਕ। ਤਾਂ ਉਸ ਤੋਂ ਬਾਅਦ ਦੇਖੋ ਮਤਾਂ ਦੀ ਸਮਾਨਤਾ ਹੋ ਜਾਏ ਜੇ, ਠੀਕ ਆ। ਉਸ ਤੋਂ ਬਾਅਦ ਦੇਖੋ ਕੀ ਹੋ ਜਾਏ, ਕਈ ਵਾਰੀ ਕੀ ਹੁੰਦਾ ਗਾ, ਇਸ ਤਰ੍ਹਾਂ ਦੀ ਆ ਜਾਂਦੀ ਹੈ ਅਥਾਰਟੀ ਵੀ ਮੰਨ ਲਓ ਇੱਕ ਬਿੱਲ ਸੀਗਾ, ਮੰਨ ਲਓ ਟੋਟਲ ਸੰਖਿਆ 200 ਬੈਠੀ ਆ ਆਪਣੀ ਪਾਰਲੀਮੈਂਟ ਦੇ ਵਿੱਚ। ਜੇਕਰ 200 ਬੈਠੀ ਆ ਤਾਂ 100 ਨੇ ਵੋਟ ਇੱਧਰ ਕਰਤੀ, 100 ਨੇ ਵੋਟ ਇੱਧਰ ਕਰਤੀ, ਤਾਂ ਕੀ ਹੋਏਗਾ, ਇੱਕ ਇੱਥੇ ਸਪੀਕਰ ਬੈਠਾ ਆਪਣਾ, ਠੀਕ ਹੈ। ਤਾਂ ਬਿੱਲ ਕਿੱਧਰ ਪਾਸ ਹੋਏਗਾ, ਤਾਂ ਇਹਦੇ ਆਪਣਾ ਜਿਹੜਾ ਸਪੀਕਰ ਨੂੰ ਇੱਕ ਅਥਾਰਟੀ ਦਿੱਤੀ ਗਈ ਆ ਕਿ ਉਹ ਨਾ ਕਾਸਟਿੰਗ ਵੋਟ ਦੇ ਸਕਦਾ ਗਾ। ਕਾਸਟਿੰਗ ਵੋਟ ਦਾ ਮਤਲਬ ਇਹੀ ਹੁੰਦਾ ਵੀ ਉਹ ਆਪਣੀ ਵੋਟ ਦੇ ਸਕਦਾ, ਉਹ ਇੱਕ ਪਾਸੇ ਐਡ ਹੋ ਜਾਏਗਾ, ਚਾਹੇ ਇੱਧਰ ਹੋ ਜਾਏਗਾ, ਚਾਹੇ ਇੱਧਰ ਹੋ ਜਾਏਗਾ, ਤਾਂ ਬਿੱਲ ਉੱਧਰ ਪਾਸ ਕਰ ਦਿੱਤਾ ਜਾਊਗਾ। ਇੱਕ ਵਚਨ ਵੀ ਤੁਹਾਨੂੰ ਪੁੱਟ ਕੀਤਾ ਜਾਂਦਾ ਵੀ ਜਿਹੜਾ ਕਾਸਟਿੰਗ ਵੋਟ ਦਾ ਅਧਿਕਾਰ ਕਿਸ ਨੂੰ ਹੁੰਦਾ, ਕਾਸਟਿੰਗ, ਇਹਨੂੰ ਇੰਗਲਿਸ਼ ਕਾਸਟਿੰਗ ਵੋਟ ਕਹਿ ਦਿੰਦੇ ਆਪਾਂ। ਨਿਰਣਾਇਕ ਪੰਜਾਬੀ ਦਾ ਹੈਗਾ ਨਿਰਣਾਇਕ ਮਤ, ਠੀਕ ਹੈ। ਤਾਂ ਇਹ ਕਿਹਦੇ ਕੋਲੇ ਹੁੰਦਾ, ਇੱਧਰੋਂ ਸਪੀਕਰ ਕੋਲੇ ਹੁੰਦਾ, ਦੂਜੇ ਪਾਸੇ ਉੱਧਰੋਂ ਉਪ ਰਾਸ਼ਟਰਪਤੀ ਕੋਲੇ ਹੁੰਦਾ, ਰਾਜ ਸਭਾ ਦੇ ਵਿੱਚ, ਠੀਕ ਹੈ। ਤਾਂ ਕਾਸਟਿੰਗ ਵੋਟ ਤੁਸੀਂ ਸਮਝ ਗਏ ਹੋਵੋਗੇ ਵੀ ਜਦੋਂ ਕਿਸੇ ਇੱਕ ਬਿੱਲ ਦੇ ਉੱਪਰ ਮੈਚ ਡਰਾ ਹੋ ਜੇ, ਵੋਟਾਂ ਬਰਾਬਰ ਹੋ ਜਾਣ, ਤਾਂ ਉੱਥੇ ਸਪੀਕਰ ਵੋਟ ਦੇ ਸਕਦਾ। ਕਿਉਂਕਿ ਪੇਪਰ ਦੇ ਵਿੱਚ ਕੁਐਸਚਨ ਬੜਾ ਯੂਨੀਕ ਬਣਦਾ ਇਹ, ਜੇ ਤੁਹਾਨੂੰ ਕੋਈ ਕੁਐਸਚਨ ਪੁੱਟ ਕਰ ਲੇ ਵੀ ਕੀ ਸਪੀਕਰ ਨੂੰ ਵੋਟ ਦੇਣ ਦਾ ਅਧਿਕਾਰ ਹੈਗਾ ਜਾਂ ਨਹੀਂ ਹੈਗਾ, ਤਾਂ ਤੁਸੀਂ ਉੱਥੇ ਆਨਸਰ ਕੀ ਕਰਨਾ, ਨੋ, ਸਪੀਕਰ ਨੂੰ ਵੋਟ ਦੇਣ ਦਾ ਅਧਿਕਾਰ ਨਹੀਂ ਹੈਗਾ। ਕਿਹੜੀ ਵੋਟ ਦਾ ਅਧਿਕਾਰ ਆ ਉਹਨੂੰ, ਕਾਸਟਿੰਗ ਵੋਟ ਦਾ ਅਧਿਕਾਰ ਆ ਓਨਲੀ। ਕਾਸਟਿੰਗ ਵੋਟ ਉਹ ਕਦੋਂ ਹੁੰਦੀ ਆ, ਜਦੋਂ ਮੈਚ ਡਰਾ ਹੋ ਜੇ, ਅੱਧੀਆਂ ਵੋਟਾਂ ਉਧਰ ਪੈ ਜਾਣ, ਅੱਧੀਆਂ ਵੋਟਾਂ ਉਧਰ ਪੈ ਜਾਣ। ਤਾਂ ਕਿਹੜੇ ਆਰਟੀਕਲ ਦੇ ਵਿੱਚ ਆਉਂਦਾ, 104 ਨਹੀਂ ਸੌਰੀ 100 ਦੇ ਕਲੋ ਅੰਦਰ ਜਾ ਕੇ 4, ਇਸ ਆਰਟੀਕਲ ਦੇ ਵਿੱਚ ਇਹਦੀ ਕਾਸਟਿੰਗ ਵੋਟ ਦਾ ਜਿਹੜਾ ਵਰਣਨ ਆ ਉਹ ਕੀਤਾ ਗਿਆ, ਕਹਿਣ ਦਾ ਭਾਵ, ਠੀਕ ਹੈ। ਪੁਆਇੰਟ ਵੀ ਤੁਸੀਂ ਯਾਦ ਰੱਖਣਾ ਜੀ। ਨੈਕਸਟ ਚੱਲਦੇ ਹਾਂ ਅੱਗੇ। ਉਸ ਤੋਂ ਬਾਅਦ ਕੀ ਆ, ਦੇਖੋ ਜੀ, ਸਪੀਕਰ ਮੈਂ ਤੁਹਾਨੂੰ ਦੱਸ ਵੀ ਚੁੱਕਿਆ ਵੀ ਸਪੀਕਰ ਅਤੇ ਜਿਹੜਾ ਸਾਡਾ ਉਪ ਰਾਸ਼ਟਰਪਤੀ ਹੁੰਦਾ ਗਾ, ਸਪੀਕਰ ਤੇ ਉਪ ਰਾਸ਼ਟਰਪਤੀ ਕੋਲੇ ਕਾਸਟਿੰਗ ਵੋਟ ਦਾ ਅਧਿਕਾਰ ਹੁੰਦਾ ਗਾ। ਇੱਥੇ ਕਾਸਟਿੰਗ ਕਰ ਲਿਓ, ਠੀਕ ਹੈ। ਦੋਵਾਂ ਕੋਲੇ ਕਾਸਟਿੰਗ ਵੋਟ ਦਾ ਹੁੰਦਾ। ਰਾਜ ਸਭਾ ਦੇ ਵਿੱਚ ਮੈਂ ਦੱਸ ਚੁੱਕਿਆ ਤੁਹਾਨੂੰ, ਉਪ ਰਾਸ਼ਟਰਪਤੀ ਕੋਲੇ ਵੀ ਇਹੀ ਹੁੰਦਾ ਗਾ, ਠੀਕ ਹੈ। ਕਾਸਟਿੰਗ ਵੋਟ ਉਹ ਵੀ ਦੇ ਸਕਦਾ ਉਧਰਲੇ ਪਾਸੇ, ਕਿਉਂਕਿ ਉਹ ਰਾਜ ਸਭਾ ਦਾ ਚੇਅਰਮੈਨ ਹੁੰਦਾ ਗਾ, ਠੀਕ ਹੈ, ਜਿਹੜਾ ਕਾਫੀ ਵਾਰੀ ਕੁਐਸਚਨ ਪੁੱਟ ਕੀਤਾ ਜਾਂਦਾ। ਉਸ ਤੋਂ ਬਾਅਦ ਕੀ ਆ, ਸੰਸਦ, ਜਿਹੜਾ ਸੰਸਦ ਹੋ ਗਿਆ, ਰਾਸ਼ਟਰਪਤੀ ਦੇ ਮੱਧ ਦੇ ਵਿਚਕਾਰ ਹੋਣ ਵਾਲਾ ਪੱਤਰ ਵਿਵਹਾਰ, ਠੀਕ ਹੈ, ਕਰਨਾ। ਇਹ ਵੀ ਜਿਹੜਾ ਕੀ ਆ, ਸਾਡੇ ਜਿਹੜੇ ਸਪੀਕਰ ਦਾ ਕੰਮ ਆ, ਠੀਕ ਹੈ। ਧਨ ਬਿੱਲ ਹੈ ਜਾਂ ਨਹੀਂ, ਇਸ ਦਾ ਨਿਰਣਾ ਕੌਣ ਕਰੇਗਾ, ਸਪੀਕਰ ਆਫ ਲੋਕ ਸਭਾ। ਕਾਫੀ ਵਾਰ ਪੇਪਰ 'ਚ ਆ ਕੁਐਸਚਨ ਪੁੱਟ ਕੀਤਾ ਗਿਆ, ਤੁਹਾਨੂੰ ਕੋਈ ਕੁਐਸਚਨ ਪੁੱਟ ਕਰ ਲੇ ਵੀ ਕੋਈ ਬਿੱਲ ਧਨ ਬਿੱਲ ਹੈ ਜਾਂ ਨਹੀਂ, ਇਸ ਦਾ ਫੈਸਲਾ ਕੌਣ ਕਰੇਗਾ, ਤਾਂ ਕੌਣ ਕਰੇਗਾ, ਸਪੀਕਰ ਆਫ ਲੋਕ ਸਭਾ। ਤਾਂ ਇਹ ਵੀ ਕਾਫੀ ਵਾਰ ਪੁੱਛਿਆ ਗਿਆ। ਜੇਕਰ ਧਨ ਬਿੱਲ ਦੇ ਸੰਬੰਧ ਪਾਵਰਾਂ ਪੁੱਛ ਲੈਣ ਤਾਂ ਕਿਸ ਕੋਲ ਹੁੰਦੀਆਂ ਨੇ, ਲੋਕ ਸਭਾ ਕੋਲ, ਠੀਕ ਆ। ਜ਼ਿਆਦਾਤਰ ਪਾਵਰਾਂ ਕਿਹਦੇ ਕੋਲੇ ਹੁੰਦੀਆਂ ਨੇ, ਲੋਕ ਸਭਾ ਕੋਲੇ, ਕਿਉਂਕਿ ਰਾਜ ਸਭਾ ਨੂੰ ਸਿਰਫ ਸਿਫਾਰਸ਼ ਲਈ ਭੇਜਿਆ ਜਾਂਦਾ, ਜਿਹਦੇ ਕੋਲੇ ਉਹਦੇ ਸਮਾਂ ਹੁੰਦਾ ਓਨਲੀ 14 ਦਿਨ ਦਾ, ਠੀਕ ਹੈ। ਅੱਗੇ ਆਪਾਂ ਦੇਖਦੇ ਹਾਂ ਅਗਲਾ ਜੀ, ਠੀਕ ਹੈ। ਕਾਰਜਕਾਲ ਦੌਰਾਨ ਕੁਝ ਪੁਆਇੰਟ ਨੇ ਜਿਹੜੇ ਸਪੀਕਰਾਂ ਨਾਲ ਸੰਬੰਧਿਤ ਨੇ, ਤੁਹਾਨੂੰ ਕਈ ਵਾਰੀ ਪੁੱਛ ਲਿਆ ਡੀਪਲੀ ਕੁਐਸਚਨ, ਕੋਈ UPSC ਦਾ ਪੇਪਰ ਦੇ ਰਹੇ ਹੋ, ਠੀਕ ਹੈ। ਇਸ ਤਰ੍ਹਾਂ ਕਾਰਜਕਾਲ ਦੌਰਾਨ ਮਰਨ ਵਾਲਾ ਸਪੀਕਰ ਜਿਹੜਾ ਸਾਡਾ ਕੌਣ ਸੀਗਾ, GSC ਵਾਲਜੋਗੀ, ਠੀਕ ਆ। 13ਵੀਂ ਲੋਕ ਸਭਾ ਦਾ ਸਪੀਕਰ ਸੀ 2002 ਦੇ ਵਿੱਚ। ਇਹਦੀ ਕੀ ਹੋਈ ਸੀ, ਕਾਰਜਕਾਲ ਦੌਰਾਨ
मौत हुई सी, कहने का भाव ठीक है भी जदों ये पदवी ते सी। आपां पिछे पढ़िया गा राष्ट्रपति जिहड़े हैगे सी अपने दो सीगे जिहड़े, एक तां जाकिर हुसैन सी जिन्हां दी मौत कार्यकाल दौरान हुई सी, एक हैगी सी फखरुद्दीन अली अहमद ठीक है। दूसरे पासे आपां पढ़िया सीगा उप राष्ट्रपति दे विच कृष्ण कांत जिन्हां दी मौत जिहड़ी कार्यकाल दौरान हुई सी। कुछ आपां PM कीते सी 3, लाल बहादुर शास्त्री, इंदिरा गांधी ठीक है, तो एक जवाहर लाल नेहरू, उन्होंने मौत कार्यकाल दौरान हुई सी। तो इस तरह तुम स्पीकर भी याद रख सकते हो भी किहड़ा स्पीकर सी जिहदी मौत जी कार्यकाल दौरान हुई है जी, तो याद रखोगे। उस तो बाद क्या लोक सभा के जनरल सैकटरी की नियुक्ति आप कर चुके हैं उधर ठीक है भी जिहड़ा हुण लोक सभा सैकटरी है थोड़ा मैं दस्सिया सी उत्ते अपने प्रेजेंट कौन सीगा उत्पल कुमार सिंह सी उत्पल ठीक है। तो उसकी नियुक्ति कौन करदा गा, तो वह करदा गा स्पीकर ऑफ लोक सभा। काफ़ी ज़्यादा इंपॉर्टेंट पॉइंट आ भी जिहड़ा साडा लोक सभा सैकटरी हुंदा गा ठीक है, जिद्दे आपां लोक सभा टॉपिक कीता सी बेशक मैं तुहानूं पढ़ाया सीगा भी प्रेजेंटली साडा लोक सभा स्पीकर अपना हुण जिहड़ा सैकटरी कौन हैगा, पहली सैकटरी कौन सी ये भी लिखवाई सी तुहानूं ठीक है, याद रखियो। तो उस तो बाद की आ दल दे विरोधी दल के रूप में मानता देना, इत्थे लिखिया पिया इत्थे ठीक है विरोधी दल विरोधी दल के रूप में मानता देना ठीक है। ये भी किहदा काम आ स्पीकर का भी जिहड़ी पार्टी आ हुण विरोधी धिर दे विच हुंदी आ उहनूं आपां मानता दिंदा गा, उहनूं स्पीकर दिंदा। जिवें आपां एग्जाम्पल ले लईए पंजाब दी, पंजाब दे विच हुण विरोधी धिर दे विच जिवें आम आदमी पार्टी आ तां उहनूं जिहड़ी इत्थे मानता किहने दित्ती आ पंजाब दा जिहड़ा स्पीकर आ ठीक है। तो कहंदा स्पीकर का काम हुंदा सेंटर लैवल ते सेंटर वाला करेगा, स्टेट लैवल ते स्टेट स्पीकर करेगा ठीक है। उस तो अगे देखते हो जी नैक्सट अगला पॉइंट देखो जी की आ सब तो पहला हटाउण का प्रस्ताव लिआंदा गया सी। जे तुहानूं कोई पुछ ले भी सब तो पहला जिवें आपां कीता गा भी जिहड़ा 50+1 जिहड़े मैंबरां दे दस्तखत होने चाहिए आ ते 14 दिन पहला नोटिस वो किहनूं हटाउण लई आप लिआंदा गया सी, तां वो लिआंदा गया सीगा गणेश वासुदेव मावलकर नूं ठीक है। इत्थे आपां GB मावलकर लिखता तां 18 दिसंबर 1954 ਦੇ ਵਿੱਚ कहने का भाव किहड़ा स्पीकर ਸੀ ਇਹਦੇ ਵਿਰੁੱਧ ਜਿਹਨੂੰ ਆਪਾਂ ਹਟਾਉਣ ਲਈ ਮਤਾ ਪਾਇਆ ਗਿਆ ਸੀਗਾ, ਤਾਂ ਕੌਣ ਸੀਗਾ ਪਹਿਲਾ ਹੀ ਸਪੀਕਰ ਸੀਗਾ ਗਣੇਸ਼ ਵਾਸੁਦੇਵ ਮਾਵਲकर। ਉਸ ਤੋਂ ਅੱਗੇ ਦੇਖਦੇ ਹਾਂ ਪਹਿਲਾ ਜਨਜਾਤੀ ਨਾਲ ਸੰਬੰਧਿਤ ਜਨਜਾਤੀਆਂ ਨੇ ਜਿਹੜੀਆਂ ਸਾਡੀਆਂ ਠੀਕ ਹੈ ਆਪਾਂ ਕਹਿ ਦਿੰਦੇ ਹਾਂ ਜਿਹੜੀਆਂ ਸਾਡੀ ਜਨਜਾਤੀਆਂ ਨੇ ਸ਼ਡਿਊਲ ਟ੍ਰਾਈਬ ਨੇ ਕਬੀਲੇ ਨਾਲ ਸੰਬੰਧਿਤ ਸਪੀਕਰ ਕਿਹੜਾ ਸੀਗਾ PA ਸੰਗਮਾ। ਇੱਥੇ ਸੰਗਮਾ ਤੁਹਾਡਾ ਸਪੈਲਿੰਗ ਮਿਸਟੇਕ ਆ ਸੰਗਮਾ ਠੀਕ ਹੈ PA ਸੰਗਮਾ ਠੀਕ ਹੈ। ਇਹ ਸੀਗਾ ਜਿਹੜਾ ਜਨਜਾਤੀ ਨਾਲ ਸੰਬੰਧਿਤ ਪਹਿਲਾ ਸਪੀਕਰ ਸੀ, ਤੁਹਾਨੂੰ ਕੁਐਸਚਨ ਪੁੱਟ ਕਰ ਲਏ। ਉਸ ਤੋਂ ਬਾਅਦ ਜਿਹੜਾ ਸਾਡਾ ਲੋਕ ਲੇਖਾ ਸਮਿਤੀ ਹੁੰਦੀ ਆ ਆਪਾਂ 3 ਕਮੇਟੀਆਂ ਕਰਾਂਗੇ ਅੱਗੇ ਜਾ ਕੇ ठीक है, ज़्यादा नहीं वैसे जिहड़ियां मेन ने जिहड़ियां अपनियां ठीक है। लोक लेखा कमेटी का निर्देशक की नियुक्ति भी कौन करदा गा, ये भी स्पीकर द्वारा की जाती है ठीक है। लोक लेखा कमेटी के निर्देशक की नियुक्ति है जी किहदे द्वारा की जाती है जी स्पीकर द्वारा की जाती है ठीक है। आपां करांगे अगे जाके कमेटियां बारे ठीक है, तो याद रखियो। नैक्सट आपां देखते हैं अगे अगला जिहड़ा पॉइंट देखो जी की हैगा हाँ जी लोक सभा दे विच जिहड़ा सकत्तर हुंदा गा लोक सभा दा सकत्तर ठीक है। लोक सभा का सकत्तर लोक सभा के स्पीकर के अधीन हुंदा गा ठीक है। आप सकत्तर की भी गल की सी, जेकर वीडियो लोक सभा नहीं देखी तो उसमें जरूर याद रखियो ठीक है देख लो। तो सकत्तर की जी नियुक्ति की जाती है वह भी किहदे द्वारा की जाती है स्पीकर के अधीन हुंदा गा ठीक है। बेशक पर नियुक्ति नहीं कहते अधीन किहदे हुंदा वो स्पीकर के हुंदा जी ठीक है। उस तो बाद कोरम पूरा ना होने ते ठीक है आई थिंक तुहाडे याद होवे मैं एक गल कीती सी भी लोक सभा एंड राज सभा दे विच की हुंदा गा कोरम हुंदा गा ठीक है संचालन दे लई भी जेकर इन्ना कोरम हैगा तां असीं सदन की कार्रवाई आपां शुरू करांगे, अदरवाइज की वो मुलतवी कर दी जाएगी। तो जेकर कोरम पूरा नहीं हैगा तां की कीता जांदा ये सदन नूं अपना टाल सकदा गा। इत्थे भंग लिखिया होया आपां टाल लिखांगे जां फिर इसनूं मुलतवी कर सकदा कुछ समय लिए ठीक है। भंग बेशक आपां शब्द नहीं यूज़ कर सकते ठीक है। तो देखो की आ लोक सभा दे विच की हुंदा गा लोक सभा दे विच की हुंदा 54+1 55 जिहड़े मैंबर होने जरूरी आ। देखो जिहड़े अपने 543 ने जिवें आपां इलैक्ट करके भेजदे आ जेकर 55 मैंबर हैगे ने तां जिहड़ी सदन की कार्रवाई की जाऊगी नहीं की कर दी जाऊगी मुलतवी कर दी। उसदा कोरम किन्ना गा आ 55 गा। जेकर राज सभा की गल कर लईए उत्थे हैगा 24+1 जेकर 25 व्यक्ति हैगे ने तां सदन की कार्रवाई शुरू की जाएगी ठीक है। तो यह भी जिहड़ा आपां गल करदे स्पीकर का जिहड़े कोल अथॉरिटी हुंदी आ ठीक है। उस तो बाद देख लिए आप सब तो लम्मा जिहड़ा कार्यकाल सीगा सब तो लम्मा कार्यकाल स्पीकरां दे विचों जिवें आपां राष्ट्रपति कीता सीगा भी सब तो लम्मा जिहड़ा टाइम पीरियड सीगा अपना हैगा सीगा डॉक्टर राजेंद्र प्रसाद जी का। दूसरे पासे जवाहर लाल नेहरू PM दे विच ठीक है। तो इत्थे आपां स्पीकर बारे भी याद रखांगे जिहड़ा सब तो लम्मा कार्यकाल सी वो बलराम जाखड़ दा सीगा बलराम जाखड़ दा ठीक है सब तो लम्मा कार्यकाल।
ठीक है। ये सारे बारे आप याद रखना होंदा गा। कैबिनेट मंत्रियों के भी आप तुहानूं पढ़ावांगे, ठीक है। तो जिहड़े कैबिनेट मंत्रियों के जगजीवन राम जी जिन्हों का 32 साल कैबिनेट मंत्री रहे ने, ठीक है। कई बार एक डिपार्टमेंट से पूछा जाता, ओनली वन डिपार्टमेंट से किहड़े रहे आ, वो राजकुमारी अंबरता कौर सी, ठीक है। तो इस तरह के क्वेश्चन पेपर के पुट किए जा सकते हैं थोनों। तो उस तो बाद देखो कि आ भारत के लोक, ठीक है, भारत के लोक सभा के स्पीकर के अहुदे की स्थिति इंग्लैंड के हाउस ऑफ कॉमन के स्पीकर के बराबर होंगी है, ठीक है। इसकी जी भारतीय संविधान के स्पीकर की स्थिति किस तरह की है जो आप गल कर लीए, ठीक है। जो साडा इंग्लैंड के हाउस ऑफ कॉमन आ, क्योंकि उत्थे दो हाउस ने, एक तो हाउस ऑफ कॉमन है, एक हाउस ऑफ लॉर्ड आ, ठीक है। दो जिमें अपने लोक सभा एंड राज सभा, तो वो बराबर की जी स्थिति है भारतीय स्पीकर की, ठीक है, याद रखियो। उस तो बाद देखो बलराम जाखड़ हुक्म जिहड़ा एक है हुक्म सिंह है इत्थे, ठीक है, हुक्म सिंह कर लियो। इन्हां खिलाफ भी जिहड़ा प्रस्ताव लिआंदा गया सी, किन्ने स्पीकर जिन्हां विरुद्ध आपां हटाउण लई प्रस्ताव लिआंदा सी, पहले तो है गणेश वासुदेव मावलकर, अगले है बलराम जाखड़ ते हुक्म सिंह, ठीक है। तीन स्पीकर ने जिन्हां विरुद्ध आपां हटाउण दा प्रस्ताव लिआंदा सीगा, तो उन्होंने उपर पढ़ा चुके हैं। जिहड़ा पहले जी मावलकर था, ठीक है। ये होर किहड़े ने बलराम जाखड़ ते हुक्म सिंह, ठीक है, याद रख सकते हो किहड़े स्पीकर जिन्हां विरुद्ध आपां हटाउण दा जिहड़ा प्रस्ताव लिआंदा गा, ठीक है। उस तो बाद जे आप गल कर ली पंजाब की थोड़ी जी, ठीक है, तो इत्थे मैं नाल ही थोड़ी जी गल कर ली पंजाब की, ठीक है। जिहड़ी आपां पंजाब दे विच ने, ठीक है, हुण जिहड़ा राणा आपां KP, ठीक है, जिहड़ा आपां राणा KP सिंह बोलते हैं, ठीक है, जिहड़ा साडा स्पीकर ऑफ विधान सभा गा, ठीक है। तो ये है जिहड़ा राणा KP सिंह, ये है अपना पंजाब विधान सभा का स्पीकर, क्योंकि कई कॉम्पीटेटिव एग्जाम की तैयारी कर रहे हैं, थोड़ा क्वेश्चन इतों बन सकता पंजाब लैवल पर। तो इत्थे की आ सेंस, ठीक है, 27 मार्च 2017 थोड़ा पता भी 2017 के अपन की आ जिहड़ियां विधान सभा दी चोणां होईयां ने, ठीक है। तो उन्होंने चुनिया गया सी किहड़ी पार्टी नाल संबंधित होगा, तो सीधी जी गल आ कांग्रेस नाल, क्योंकि जिहड़ी पार्टी सत्ता दे विच हुंदी आ, मेजोरिटी दे विच हुंदी आ, आम तौर पर स्पीकर भी उन्हां दा ही होवेगा। क्योंकि मान लो इत्थे हुण कैप्टन दियां किन्नियां व्यक्ति जिते से इत्थे, ठीक है, ਇਹੋ ਜਿਹਾ कुछ 77, हाँ 77 सीटां कैप्टन अमरिंदर ने जित्तियां सी जिहड़ियां 2017 ਦੇ ਵਿੱਚ। ਤਾਂ किन्ने कुल मैंबर चुन के गए विधान सभा 117, तो इन्हों ने अपने विचों एक स्पीकर चुनिया। इत्थे विधान सभा के मैंबर अपने विचों एक स्पीकर चुनते हैं, उत्थे लोक सभा के मैंबर अपने विचों एक स्पीकर चुनते हैं। तो इस करके तो मेजोरिटी कि 77 व्यक्ति तो यही सी, तो ये अपने व्यक्ति ही की करनगे वोट पाउणगे स्पीकर की, ठीक है। इस करके राणा KP सिंह, ठीक है, कित्थों किहड़ी कॉन्स्टिट्यूशन तो जित के गया गा, आनंदपुर कॉन्स्टिट्यूशन, अपना कॉन्स्टिट्यूशन तो आनंदपुर तो, ठीक है। रेजिडेंस कित्थे दा, रेजिडेंस है जी अपना रूपनगर रोपड़ दे विच, ठीक है। बेशक ये तुहानूं क्वेश्चन नहीं पुट किया जाता भी रेजिडेंस कित्थे आ, तो तुसीं ये याद रख सकते हो भी राणा जिहड़ा KP सिंह सीगा ये आनंदपुर साहिब तो जिहड़ी चोण जित्तिया सीगा, ठीक है, MLA दी। उस तो बाद रेजिडेंस रूपनगर दे विच आ, ठीक है। स्पोज जिहड़ी इन्हां दी पत्नी आ, ठीक है, शशि राणी आ, ठीक है। तो अपना बस ये आ पार्टी, इत्थे पार्टी थोड़ी स्पैलिंग गलत आ, पार्टी, ठीक है। किहड़ी पार्टी नाल संबंधित आ जी, कांग्रेस पार्टी नाल, तुहानूं पहलां भी दस चुके हैं भी इसे नाल ही होवेगा, ठीक है। तो कोई ज़्यादा याद रखने की जरूरत नहीं, तो ये तुसीं याद रख सकते हो। उस तो बाद की आ डिप्टी स्पीकर ऑफ विधान सभा, जे आपां गल कर लईए पंजाब दे विच, पंजाब दे विच जिहड़ा डिप्टी स्पीकर आ कौन आ, अजैब सिंह भट्टी आ जी। देखो कौन आ, अजैब सिंह भट्टी। 16 मार्च 2017 में भी इलैक्ट किया गया गा। ये भी विधान सभा के मैंबरां ने अपने विचों की कीता गा, डिप्टी स्पीकर ऑफ विधान सभा चुनिया। जिवें सेंटर दे विच की हुंदा डिप्टी स्पीकर ऑफ लोक सभा नूं जिहड़े लोक सभा के मैंबर अपने विचों चुनदे आ, इत्थे की कीता जांदा डिप्टी स्पीकर नूं विधान सभा के मैंबर अपने विचों चुनदे आ, कहण दा भाव, ठीक है। अजैब सिंह भट्टी याद रखियो जी, आ सकदा पेपर दे विच, ठीक है, डिप्टी स्पीकर, ठीक है। उस तो बाद की आ स्पीकर ऑफ पंजाब, ठीक है, जिहड़े कुछ पंजाब के स्पीकर ने, ठीक है। पंजाब के जिहड़े आपां स्पीकर हुण तक किहड़े-किहड़े व्यक्ति रह चुके हैं, कई बार इदां पुछ लैंदे इन्हां विचों किहड़ा नहीं है, जां पहला आम तौर पर तुहानूं पुट किया जाएगा भी साडी जिहड़ा पंजाब विधान सभा का पहला स्पीकर कौन सीगा, ये तुहानूं आम तौर पर पूछा जा सकदा, जां फिर प्रेजेंट स्पीकर जिहड़ा कौन आ, जां किन्नवें नंबर दा गा, ठीक है, तो यह पूछा जा सकदा। उस तो बाद देखो कि पहला स्पीकर तो याद रखना ही रखना तुसीं, कपूर सिंह। काफ़ी बार पेपरों से क्वेश्चन पुट किया गया, ठीक है, जिहड़ा भी साडी पंजाब विधान सभा का पहला स्पीकर कौन सीगा। उस तो बाद सैकंड है सत्यापाल, गुरदयाल सिंह ढिल्लों, ठीक है, प्रबोध सावड़, हरवंश लाल, जोगिंदर सिंह मान, दरबारा सिंह, केवल कृष्ण, ठीक है। ये सीगे बस ये तुसीं ऐ याद रखना, इन्हां विचों किहड़ा नहीं हैगा, वो भी तां याद रखना जेकर तुसीं मास्टर कैडर की तैयारी कर रहे हो या फिर होर किसी डीपली जिहड़े पेपर ने उन्होंने तैयारी कर रहे हो, ठीक है। कॉम्पीटेटिव एग्जाम के इदां नहीं आएगा। उस तो अगे देखो जी नैक्सट,
उस तो अगे जिहड़े हैगे ने रविंदर सिंह, ठीक है, रविंदर सिंह ये 2 बार रह चुके हैं, ठीक है। मैं इत्थे 1 बार पाया होया, 2 बार रह चुके हैं, ठीक है। रविंदर सिंह, ब्रिज भूषणा, ठीक है, हरचरण सिंह अजनाला, हरनाम दास जौहर, दिलवारा सिंह डाले के, चरणजीत सिंह अटवाल हो गया, केवल कृष्ण फेर द्वारा आ गया, ठीक है। निर्मल सिंह, इत्थे निर्मल सिंह कालों के, कालों कालों कालों, ठीक है, कालों के नहीं कालों, चरण सिंह अटवाल ते राणा KP सिंह। तो एक सुरजीत सिंह, ठीक है, इत्थे एक सुरजीत सिंह जिहड़ा महनाज, ये नहीं लिखा, ये भी स्पीकर रह चुके अपना सुरजीत सिंह महनाज, ठीक है। ये भी तो कहने का भाव देखो, ये 2 बारी रह चुके हैं, ये सुरजीत सिंह महनाज ये भी रह चुके हैं। तो टोटल कितने हो गए हुण 20 हो गए। ਜਿਹੜੇ आह ना अपना राणा KP सिंह, ये 20वें नंबर का जो अपना स्पीकर है, याद रखियो, ठीक है, 20वें नंबर का, क्योंकि इतने जो गिनती के थोड़ा आउणगे 18। तो एक मैं तुहानूं दसता, रविंदर सिंह 2 बारी इलैक्ट किया गया, उस तो बाद सुरजीत सिंह महनाज, ठीक है। तो टोटल गिनती हो गई इन्हां दी 20। तो तुसीं याद रखना आ प्रैजेंट भी जो प्रैजेंट स्पीकर हुण राणा KP सिंह कनपरपाल जो मैं तुहानूं कह के आया आनंदपुर तो जितया होया, तो अपना किनवें नंबर का स्पीकर आ, तो 91वें नंबर का स्पीकर है जी अपना 20वें नंबर का जो अपना स्पीकर आ, ठीक है। सो अज की वीडियो के विच आपां स्पीकर नूं जिहड़ा टॉपिक सी बड़े तरीके नाल कर चुके हैं। आई थिंक वीडियो तुहानूं जिहड़ी वधिया समझ लगी होवेगी। जेकर वीडियो चंगी तरह समझ आ गई तो इसनूं लाइक ते कमेंट जरूर करो। थैंक यू वेरी मच।